ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਹਿਬਾਨਿਓ, ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਆਨਲਾਈਨ ਚੱਲ ਰਹੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਸਾਡੇ ਨਾਲ ਗਿਆਨੀ ਅਮਰਪਾਲ ਸਿੰਘ ਜੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਕਿਉਂਕਿ 2 ਹਫ਼ਤੇ ਕੋਈ ਵਿਸ਼ੇਸ਼ ਵਿਸ਼ਾ ਜਿਹੜਾ ਅਸੀਂ ਸ਼ੁਰੂ ਕਰਨਾ ਹੈ ਨਹੀਂ ਕਰ ਰਹੇ, ਇੰਡੀਆ ਜਾ ਕੇ ਗਿਆਨੀ ਜੀ ਆਪ ਉਹਦੇ ਬਾਰੇ ਜਾਣਕਾਰੀ ਦੇਣਗੇ। ਉਹਨਾਂ ਦੇ ਇਸ ਹਫ਼ਤੇ ਇੰਡੀਆ ਜਾਣ ਦੇ ਪ੍ਰੋਗਰਾਮ ਬਣਿਆ ਹੋਇਆ। ਮੈਂ ਗਿਆਨੀ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਕਲਾਸ ਸ਼ੁਰੂ ਕਰਨ। ਗਿਆਨੀ ਅਮਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਚੇਅਰਮੈਨ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਹੀ ਹੈ, ਇੰਡੀਆ ਜਾਣ ਵਾਸਤੇ ਇੱਥੇ ਕੁਝ ਰੁਝੇਵੇਂ ਹਨ ਤੇ ਪ੍ਰੋਗਰਾਮ ਵੀ ਕਾਫੀ ਬਣੇ ਹੋਏ ਹਨ। ਔਰ ਅਜੇ ਮਾਈਂਡ ਦੇ ਵਿੱਚ ਕੋਈ ਵਿਚਾਰ ਨਹੀਂ ਆ ਰਹੀ ਕਿ ਕਿਹੜੀ ਨਵੀਂ ਬਾਣੀ ਸ਼ੁਰੂ ਕਰੀਏ। 3-4 ਬਾਣੀਆਂ ਮੈਂ ਮਨ ਵਿੱਚ ਸਿਲੈਕਟ ਕੀਤੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ 'ਚ ਦੇਖਾਂਗੇ। ਜਿਵੇਂ ਚੇਅਰਮੈਨ ਸਾਹਿਬ ਨੇ ਦੱਸਿਆ ਸੀ ਕਿ ਸਹਿਸਕ੍ਰਿਤੀ ਸ਼ਲੋਕਾਂ ਦੀ ਜਿਹੜੀ ਬਾਣੀ ਹੈ ਕਥਾ, ਉਹ ਮੈਂ 2-3 ਵਾਰ ਕਰ ਚੁੱਕੀ ਹਾਂ। ਕੈਨੇਡਾ ਵੀ, ਇੰਗਲੈਂਡ ਵੀ, ਔਰ YouTube ਤੇ ਵੀ ਪਈ ਹੋਈ ਹੈ। ਤੇ ਏਦਾਂ ਹੀ ਕੁਛ ਹੋਰ ਬਾਣੀਆਂ ਕਈਆਂ ਸਨ ਜਿਹੜੀਆਂ YouTube ਦੇ ਉੱਤੇ ਆਲਰੇਡੀ ਪਈਆਂ ਹੋਈਆਂ ਨੇ ਔਰ ਮੈਂ ਕਰ ਚੁੱਕਿਆ ਕਈ ਵਾਰੀ। ਮੈਂ ਸੋਚਦਾ ਹਾਂ ਕਿ ਉਹ ਬਾਣੀ ਕਰਾਂ ਜਿਹੜੀ ਮੈਂ ਅਜੇ ਕੀਤੀ ਨਹੀਂ, ਜਾਂ ਕਹਿ ਲਓ ਵੀ YouTube ਦੇ ਉੱਤੇ ਵਾਸਤੇ ਰਿਕਾਰਡਿੰਗ ਵਾਸਤੇ ਨਹੀਂ ਕੀਤੀ ਹੋਈ, ਤੇ ਐਸੀ ਬਾਣੀ ਜਿਹਦੀ ਰਿਕਾਰਡਿੰਗ ਵੀ ਹੋ ਸਕੇ ਤੇ YouTube ਤੇ ਵੀ ਪੈ ਸਕੇ। ਉਹ ਵੀ ਕਾਲਜ ਦੇ ਵੱਲੋਂ ਜਿਵੇਂ ਭੱਟਾਂ ਦੇ ਸਵਈਆਂ ਦੀ ਸਾਰੀ ਇਹ ਵਿਚਾਰ ਪੈ ਚੁੱਕੀ ਹੈ YouTube ਤੇ, ਆਪ ਜੀ ਉੱਥੋਂ ਲਾਹਾ ਲੈ ਸਕਦੇ ਹੈਗੇ। ਉਹਦੇ ਬਾਰੇ ਮੈਂ ਡਿਸਾਈਡ ਕਰ ਲਵਾਂਗਾ ਇੰਡੀਆ ਪਹੁੰਚ ਕੇ, ਤੇ 1-2 ਹਫ਼ਤੇ ਅਸੀਂ ਜਨਰਲ ਵੈਸੇ ਟੌਪਿਕ ਲੈ ਲੈਂਦੇ ਹਾਂ। ਮੈਨੂੰ ਪਤਾ ਤੇ ਨਹੀਂ ਮੈਂ ਹੁਣ ਅੱਜ ਕਿਹੜਾ ਟੌਪਿਕ ਲੈਣਾ ਹੈਗਾ, ਪਰ ਮੈਂ ਸੋਚਦਾ ਕਿ ਬੇਸਿਕ ਤੋਂ ਥੋੜਾ ਸ਼ੁਰੂ ਕਰ ਲਈਏ। 1-2 ਹਫ਼ਤੇ ਬੇਸਿਕ ਕੁਝ ਟੌਪਿਕ ਨੇ, ਜਿਵੇਂ ਨਾਮ ਜਪਣਾ, ਸਿਮਰਨ ਕਰਨਾ, ਜਾਂ ਜੀਵਨ ਦੇ ਵਿੱਚ ਸਾਡਾ ਮਨੋਰਥ ਕੀ ਹੈਗਾ ਜੀਵਨ ਦਾ, ਜਾਂ ਇਸ ਤਰ੍ਹਾਂ ਦੇ ਹੋਰ 2-4 ਟੌਪਿਕ ਅਸੀਂ ਲੈ ਸਕਦੇ ਹਾਂ। ਤੇ ਮੈਂ ਹੁਣ ਅੱਜ ਸੋਚ ਰਿਹਾ ਕਿ ਚਲੋ ਅਸੀਂ ਆਰੰਭਤਾ ਤੋਂ, ਗੁਰਬਾਣੀ ਦੀ ਜਿੱਥੋਂ ਆਰੰਭਤਾ ਹੁੰਦੀ ਹੈ ਉੱਥੋਂ ਆਰੰਭ ਕਰ ਲੈਂਦੇ ਹਾਂ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਜ਼ਿੰਦਗੀ ਦਾ ਏਮ ਕੀ ਹੈ? ਮਨੁੱਖਾ ਜੀਵਨ ਦਾ ਮਨੋਰਥ ਕੀ ਹੈ? ਹਰ ਚੀਜ਼ ਦਾ ਕੋਈ ਨਾ ਕੋਈ ਮਨੋਰਥ ਹੈ ਇਸ ਧਰਤੀ ਤੇ। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਮਕਸਦ ਹੈ। ਉਦਾਹਰਨ ਦੇ ਤੌਰ ਤੇ ਮੇਰੇ ਸਾਹਮਣੇ ਕੈਮਰਾ ਲੱਗਿਆ ਹੋਇਆ, ਇਹਦਾ ਮਕਸਦ ਹੈ ਮੈਂ ਇੱਥੇ ਬੈਠਾ ਵਾਂ ਪੈਰਿਸ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਮੇਰੀ ਤਸਵੀਰ ਜਾ ਰਹੀ ਹੈ। ਇਹਦਾ ਮਕਸਦ ਹੈ ਕੋਈ। ਮੇਰੇ ਮੂੰਹ ਦੇ ਨਾਲ ਬਿਲਕੁਲ ਮਾਈਕ ਲੱਗਿਆ ਹੋਇਆ, ਇਸ ਮਾਈਕ ਦਾ ਮਕਸਦ ਹੈ ਮੈਂ ਇੱਥੇ ਕਮਰੇ 'ਚ ਬੈਠ ਕੇ ਥੋੜੀ ਜਿਹੀ ਆਵਾਜ਼ ਵਿੱਚ ਬੋਲਦਾ ਹਾਂ, ਪੂਰੀ ਦੁਨੀਆ 'ਚ ਮੇਰੀ ਆਵਾਜ਼ ਫੈਲ ਜਾਂਦੀ ਹੈ। ਬਲਬ ਲੱਗਿਆ ਹੋਇਆ, ਟਿਊਬ ਲੱਗੀ ਹੋਈ ਹੈ, ਇਹਦਾ ਕੋਈ ਮਕਸਦ ਹੈ ਇਹਨੇ ਸਾਡੇ ਹਨੇਰੇ ਨੂੰ ਦੂਰ ਕਰ ਦਿੱਤਾ। ਇੱਕ ਛੋਟੀ ਜਿਹੀ ਪੱਗ ਪਿੰਨ ਦਾ ਮਕਸਦ ਹੈ, ਉਹ ਮੇਰੇ ਪੱਗ ਦੇ ਲੜ ਨੂੰ ਟੁੰਗ ਦਿੰਦੀ ਹੈ। ਇੱਕ ਛੋਟੀ ਜਿਹੀ ਸੂਈ ਦਾ ਮਕਸਦ ਹੈ, ਉਹ ਕੱਪੜੇ ਸੀਂਦੀ ਹੈ। ਜੇ ਇੱਕ ਸੂਈ ਦਾ ਮਕਸਦ ਹੈ ਤੇ ਇਸ 6 ਫੁੱਟੇ ਸਰੀਰ ਦਾ ਕੋਈ ਮਕਸਦ ਨਹੀਂ ਹੈ। ਇਹਦਾ ਵੀ ਕੋਈ ਨਾ ਕੋਈ ਮਕਸਦ, ਕੋਈ ਨਾ ਕੋਈ ਪਰਪਸ ਹੋਏਗਾ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ। ਇਹ ਸਰੀਰ ਕਿਉਂ ਮਿਲਿਆ? ਮਨੁੱਖਾ ਜੀਵਨ ਦਾ ਕਾਜ ਕੀ ਹੈ, ਮਨੋਰਥ ਕੀ ਇਹਦਾ? ਫਿਰ ਉਹ ਮਨੋਰਥ ਸਾਨੂੰ ਗੁਰਬਾਣੀ ਵਿੱਚੋਂ ਦੇਖਣਾ ਪਏਗਾ। ਸਾਡੀ ਜ਼ਿੰਦਗੀ ਦਾ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ ਰੱਬ ਨੂੰ ਮਿਲਣਾ, ਗੋਬਿੰਦ ਨੂੰ ਮਿਲਣਾ। ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ। ਜੇ ਮਨੁੱਖਾ ਜ਼ਿੰਦਗੀ ਵਿੱਚ ਮਨੁੱਖ ਰੱਬ ਨੂੰ ਨਹੀਂ ਮਿਲ ਰਿਹਾ ਤੇ ਇਹਦਾ ਜੀਵਨ ਦਾ ਮਨੋਰਥ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਘੜੀ ਸੋਨੇ ਦੀ ਹੋਵੇ, ਕੀਮਤੀ ਹੋਵੇ, ਪਰ ਬੰਦ ਹੋ ਜਾਏ, ਚੱਲੇ ਨਾ, ਤੇ ਲੋਕ ਬੰਦ ਘੜੀ ਆਪਣੀ ਗੁੱਟ ਤੇ ਬੰਨ ਕੇ ਨਹੀਂ ਰੱਖਦੇ, ਲਾ ਦਿੰਦੇ ਨੇ, ਫਾਇਦਾ ਹੀ ਕੋਈ ਨਹੀਂ।
ਰਿਪੇਅਰ ਹੋ ਜਾਏਗੀ, ਸਮਾਂ ਦੱਸੇਗੀ ਤੇ ਬੰਨੀ ਜਾਏਗੀ, ਨਹੀਂ ਤੇ ਨਹੀਂ। ਘੜੀ ਭਾਵੇਂ ਸੋਨੇ ਦੀ ਹੋਵੇ, ਹੀਰੇ ਜਵਾਹਰਾਤ ਉੱਤੇ ਜੜੇ ਹੋਣ, ਜੇ ਸਮਾਂ ਨਹੀਂ ਦੱਸਦੀ ਫਿਰ ਕਿਸੇ ਵੀ ਕੰਮ ਨਹੀਂ। ਇਸੇ ਤਰ੍ਹਾਂ ਮਨੁੱਖਾ ਜੀਵਨ ਦਾ ਮਨੋਰਥ ਹੈ ਰੱਬ ਨੂੰ ਮਿਲਣਾ। ਜੇ ਅਜੇ ਤੱਕ ਮਨੁੱਖ ਨੇ ਰੱਬ ਨੂੰ ਨਹੀਂ ਮਿਲਿਆ, ਫਿਰ ਇਹਦੇ ਜੀਵਨ ਦਾ ਕੋਈ ਫਾਇਦਾ ਨਹੀਂ, ਫਿਰ ਵਿਅਰਥ ਹੈ ਇਹਦਾ ਜੀਵਨ। ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਤੁਕ ਦਾ ਅਰਥ ਇਹ ਨਹੀਂ ਕਿ ਹੋਰ ਕੰਮ ਮੇਰੇ ਕਿਸੇ ਵੀ ਕੰਮ ਦੇ ਨਹੀਂ। ਨਾ ਮੈਂ ਦੁਕਾਨ ਖੋਲਾਂ, ਨਾ ਮੈਂ ਜੌਬ ਕਰਾਂ, ਨਾ ਮੈਂ ਘਰ ਦੀ ਸਾਫ਼ ਸਫਾਈ ਕਰਾਂ, ਨਾ ਮੈਂ ਇਸ਼ਨਾਨ ਆਪਣਾ ਕਰਾਂ, ਨਾ ਮੈਂ ਰੋਟੀ ਖਾਵਾਂ, ਨਾ ਮੈਂ ਸੋਵਾਂ, ਹੋਰ ਕੋਈ ਕੰਮ ਕਿਸੇ ਅਰਥ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਬਸ ਇੱਕੋ ਕੰਮ ਕਰੀ ਜਾਵਾਂ, ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਸੰਗਤ ਚ ਜਾ ਕੇ ਬੈਠ ਕੇ ਨਾਮ ਜਪੀ ਜਾਵਾਂ। ਇਹਦਾ ਅਰਥ ਇਹ ਨਹੀਂ ਹੈ। ਰੱਬੀ ਮਿਲਾਪ ਦੇ ਇੱਥੇ ਕਾਰਜਾਂ ਦਾ ਜ਼ਿਕਰ ਚੱਲ ਰਿਹਾ ਹੈ ਕਿ ਰੱਬੀ ਮਿਲਾਪ ਦੇ ਵਿੱਚ ਜਿਹੜੇ ਹੋਰ ਕਾਰਜ ਨੇ ਉਹ ਤੇਰੇ ਕਿਸੇ ਕੰਮ ਨਹੀਂ। ਤੀਰਥਾਂ ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਜਾਂ ਪਾਣੀ ਚ ਇੱਕ ਲੱਭ ਦੇ ਭਾਰ ਖਲੋ ਜਾਣਾ, ਕੰਡਿਆਂ ਤੇ ਬਹਿ ਕੇ ਸਰੀਰ ਨੂੰ ਕਸ਼ਟ ਦੇਈ ਜਾਣੇ, ਅੱਗ ਬਾਲ ਕੇ ਸਰੀਰ ਨੂੰ ਸਾੜੀ ਜਾਣਾ, ਪੁੱਠਾ ਲਟਕਣਾ, ਅੱਖਾਂ ਬੰਦ ਕਰਕੇ ਸਮਾਧੀਆਂ ਲਾਈ ਜਾਣੀਆਂ, ਮਾਲਾ ਫੇਰੀ ਜਾਣੀਆਂ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਰੱਬੀ ਮਿਲਾਪ ਦੇ ਰਸਤੇ ਵਿੱਚ ਇਹ ਕੰਮ ਤੇਰੇ ਕਿਸੇ ਅਰਥ ਨਹੀਂ ਹਨ। ਇੱਕੋ ਕੰਮ ਤੈਨੂੰ ਰੱਬ ਨਾਲ ਮਿਲਾ ਸਕਦਾ ਹੈ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਦੀ ਸੰਗਤ ਵਿੱਚ ਜਾ ਕੇ ਗੁਰੂ ਕੋਲੋਂ ਰੱਬ ਦਾ ਨਾਮ ਲੈ ਕੇ ਹੀ ਅਸੀਂ ਰੱਬ ਤੱਕ ਪਹੁੰਚ ਸਕਦੇ ਹਾਂ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਹਰ ਪਲ ਰੱਬੀ ਨਾਮ ਨਾਲ ਜੁੜ ਕੇ, ਬਾਕੀ ਕਾਰਜ ਧਰਮ ਦੇ ਨਾਂ ਤੇ ਮਿੱਥੇ ਹੋਏ ਨਿਰਾਫਲ ਨੇ, ਵਿਅਰਥ ਨੇ। ਹੁਣ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੈ ਰੱਬ ਨੂੰ ਮਿਲਣਾ। ਤੇ ਕਿਸ ਰੱਬ ਨੂੰ ਮਿਲਣਾ? ਆਰੰਭਤਾ ਵਿੱਚ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕਰ ਦਿੱਤਾ, ਜਿਹੜਾ ਇੱਕ ਹੈ। ਤੇ ਕੇਵਲ ਇੱਕ ਨਹੀਂ ਹੈ, ਇੱਕ ਤੇ ਇਸਲਾਮਿਕ ਮਤ ਵਿੱਚ ਖੁਦਾ ਵੀ ਹੈ। ਜੇ ਇਸਲਾਮਿਕ ਮਤ ਵਿੱਚ ਇੱਕ ਖੁਦਾ ਹੈ, ਸਿੱਖ ਮਤ ਵਿੱਚ ਇੱਕ ਰੱਬ ਹੈ, ਤੇ ਫਰਕ ਕੋਈ ਨਹੀਂ ਹੈ। ਉਹ ਵਾਲਾ ਇੱਕ ਨਹੀਂ, ਕਿਉਂਕਿ ਉਹਨਾਂ ਦਾ ਖੁਦਾ ਇੱਕ ਪਰਸਨ ਹੈ, ਇੱਕ ਸ਼ਖਸੀਅਤ ਹੈ, ਇੱਕ ਵਿਅਕਤੀ ਹੈ, ਜਿਹੜਾ ਕਿਤੇ ਬੈਠਾ ਹੋਇਆ ਹੈ। ਕਿਸੇ ਬਹਿਸ਼ਤ ਵਿੱਚ ਦਰਬਾਰ ਸਜਾ ਕੇ ਬੈਠੇ, ਜਾਂ ਕਿਸੇ ਮਸੀਤ ਵਿੱਚ ਬੈਠੇ, ਜਿਹਨੂੰ ਗੁਰਬਾਣੀ ਨੇ ਕਿਹਾ ਸੀ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ, ਜਿਹਦੇ ਬਾਰੇ ਗੁਰਬਾਣੀ ਨੇ ਕਿਹਾ ਸੀ ਕਿ ਕਿਸੇ ਨੇ ਕਹਿ ਦਿੱਤਾ ਫਲਾਣੀ ਥਾਂ ਤੇ ਰੱਬ ਰਹਿੰਦਾ ਹੈ, ਕਿਸੇ ਨੇ ਕਿਹਾ ਫਲਾਣੀ ਥਾਂ ਤੇ ਖੁਦਾ ਰਹਿੰਦਾ ਹੈ। ਹਰ ਇੱਕ ਦੀ ਆਪੋ ਆਪਣੀ ਮਾਨਤਾ ਸੀ। ਅੱਲਾਹ ਏਕ, ਮਸੀਤ ਬਸਤ ਹੈ। ਤੇ ਸਤਿਗੁਰੂ ਨੇ ਸਵਾਲ ਉਠਾਇਆ ਸੀ ਵੀ ਅਵਰ ਮੁਲਕ ਕਿਸ ਕੇਰਾ, ਭਗਤ ਕਬੀਰ ਜੀ ਨੇ। ਹਿੰਦੂ ਨੇ ਕਹਿ ਦਿੱਤਾ ਵੀ ਉਹ ਰੱਬ ਜਿਹੜਾ ਹੈ ਨਾ, ਉਹ ਮੂਰਤੀ ਵਿੱਚ ਹੈ। ਹਿੰਦੂ ਮੂਰਤ ਨਾਮ ਨਿਵਾਸੀ, ਦੋ ਮੇ ਤਤ ਨਾ ਹੇਰਾ। ਫਿਰ ਕਿੱਥੇ ਹੈ? ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਤੇ ਬਾਣੀ ਨੇ ਫਿਰ ਇੱਕ ਜਵਾਬ ਦਿੱਤਾ ਸੀ, ਦਿਲ ਮੈਂ ਖੋਜ, ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਆਪਣੇ ਦਿਲ ਚ ਖੋਜ ਲੋ, ਇਹੀ ਥਾਂ ਹੈ ਠੌਰ ਮੈਨੇ ਜਗ੍ਹਾ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਹਰ ਹਿਰਦੇ ਵਿੱਚ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰੇ ਦੇ ਅੰਦਰ ਹੈ। ਰੱਬ ਕਿਤੇ ਗਵਾਚਾ ਨਹੀਂ ਹੋਇਆ, ਉਹ ਸਾਰੇ ਦੇ ਅੰਦਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਆਪਣੀ ਅਸਲੀਅਤ ਦੇਖ, ਤੂੰ ਹੀ ਤੇ ਜੋਤ ਦਾ ਰੂਪ ਹੈ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ ਤੇ ਤੇਰੇ ਨਾਲ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਦੇ ਨਾਲ ਕਾਰ ਵੀ ਕਹਿ ਦਿੱਤਾ। ਇੱਕ ਓੰਕਾਰ ਹੈ, ਇੱਕ ਪਰ ਸਾਰਿਆਂ ਚ ਵਿਆਪਕ ਹੈ। ਮੁਸਲਮਾਨ ਦਾ ਖੁਦਾ ਇੱਕ ਹੀ ਹੈ ਔਰ ਇੱਕ ਥਾਂ ਤੇ ਹੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਰੱਬ ਕੁੱਲ ਕਾਇਨਾਤ ਵਿੱਚ ਵਿਆਪਕ ਹੈ, ਜ਼ਰੇ ਜ਼ਰੇ ਕਣ ਕਣ ਵਿੱਚ ਹੈ, ਹਰ ਥਾਂ ਤੇ ਹੈ। जोगी गोरख गोरख करे, हिंदू राम नाम उच्चरे, मुसलमान का एक खुदाए, कबीर का स्वामी रिया समाए। इन्ना क फर्क है। मुसलमान का एक खुदाए एक थां ते रहिंदा है, कबीर का स्वामी रिया समाए, वो सारियां थावां ते है। जिधर भी जाने आ, जय बसैलन ते बैसा स्वामी, जय भेजै ते जावां, सब नगरी में एक राजा, सब्बै पवित्र थावां हर थां ते है। बस मनुख की जिंदगी का बड़ा बड़ा दुख है, ਉਹਨੂੰ ਵਿਆਪਕ ਨੂੰ ਭੁੱਲ ਜਾਂਦਾ ਹੈ। ਬਸ ਧਰਮ ਸਥਾਨਾਂ ਤੇ ਰੱਬ ਨੂੰ ਖੋਜਦਾ ਹੈ, ਵਿਆਪਕ ਨੂੰ ਭੁੱਲ ਜਾਂਦਾ ਵੀ ਉੱਥੇ ਮੇਰੇ ਘਰੇ ਵੀ ਹੈ, ਮੇਰੀ ਦੁਕਾਨ ਤੇ ਵੀ ਹੈ, ਮੇਰੀ ਫੈਕਟਰੀ ਵਿੱਚ ਵੀ ਹੈ, ਰਸਤੇ 'ਚ ਤੁਰਿਆ ਜਾਂਦਾ ਉਹਦੇ ਵਿੱਚ ਵੀ ਹੈ, ਬੱਸ ਵਿੱਚ, ਟ੍ਰੇਨ ਵਿੱਚ, ਜਹਾਜ਼ ਵਿੱਚ ਵੀ ਹੈ।
ਇਹ ਗੱਲ ਭੁੱਲ ਜਾਂਦਾ ਹੈ ਕਿ ਹਵਾ ਵਿੱਚ ਵੀ ਹੈ, ਪਾਣੀ 'ਚ ਵੀ ਹੈ, ਜ਼ਮੀਨ ਤੇ ਵੀ ਹੈ, ਪੰਛੀਆਂ ਵਿੱਚ ਵੀ, ਪਸ਼ੂ ਹੈ। ਬੜਾ ਵੱਡਾ ਦੁੱਖ ਹੈ ਜ਼ਿੰਦਗੀ ਦਾ ਇਹ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਆਵਈ। ਕਿਤੜਾ ਦੁੱਖ ਗਣਾ, ਬਸ ਚੇਤੇ ਨਹੀਂ ਆਉਂਦਾ ਵੀ ਉਹ ਤੇ ਮੇਰੀ ਬਜ਼ੁਰਗ ਮਾਂ 'ਚ ਵੀ ਬੈਠਾ, ਉੱਥੇ ਆ ਕੇ ਭੁੱਲ ਜਾਂਦਾ ਹੈ ਉਹ। ਜਦੋਂ ਬਜ਼ੁਰਗ ਪਿਤਾ ਨੂੰ ਦੇਖਦਾ ਉੱਥੇ ਭੁੱਲ ਜਾਂਦਾ ਵੀ ਇਹਦੇ ਵਿੱਚ ਵੀ ਬੈਠਾ। ਜਦੋਂ ਬੱਚਿਆਂ ਨੂੰ ਝਿੜਕਦਾ ਉਦੋਂ ਭੁੱਲ ਜਾਣਾ ਵੀ ਇਹਦੇ ਵਿੱਚ ਵੀ ਹੈ। ਏਡਾ ਵੱਡਾ ਦੁੱਖ ਹੈ ਮਨੁੱਖ ਦੀ ਜ਼ਿੰਦਗੀ ਵਿੱਚ, ਭੁੱਲ ਜਾਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁੱਖ ਗਣਾ। ਮੈਂ ਕਿੱਡਾ ਵੱਡਾ ਦੁੱਖ ਗਿਣ ਕੇ ਦੱਸਾਂ। ਉਦੋਂ ਮੈਂ ਭੁੱਲ ਜਾਣਾ ਜਦੋਂ ਮੈਂ ਕਿਸੇ ਦੂਜੇ ਨਾਲ ਵਿਹਾਰ ਕਰਦਾ। ਉਸ ਅਕਾਲ ਪੁਰਖ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਇੱਕ ਓੰਕਾਰ, ਇੱਕ ਹੈ ਤੇ ਸਾਰਿਆਂ ਵਿੱਚ ਹੈ। ਹੋਰ ਉਹਦੇ ਗੁਣ ਕਿਹੜੇ ਨੇ, ਹੋਰ ਉਹਦੀਆਂ ਖੂਬੀਆਂ ਕਿਹੜੀਆਂ ਨੇ? ਸਤ ਨਾਮ, ਉਹਦਾ ਨਾਮ ਸਦੀਵੀ ਹੋਣ ਵਾਲਾ, ਸਦਾ ਸਥਿਰ ਹੈ। ਕਰਤਾ ਪੁਰਖ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਵਿੱਚ ਹੀ ਸਮਾ ਗਿਆ। ਨਿਰਭਉ, ਜਿਹਨੂੰ ਕਿਸੇ ਤੋਂ ਡਰ ਨਹੀਂ। ਨਿਰਵੈਰ, ਜਿਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਅਕਾਲ ਮੂਰਤ, ਜਿਹਦੀ ਹਸਤੀ ਹੋਂਦ ਮੌਤ ਤੋਂ ਪਰੇ ਹੈ। ਅਜੂਨੀ, ਜਿਹੜਾ ਜੂਨਾਂ 'ਚ ਨਹੀਂ ਆਉਂਦਾ। ਸੈਭੰ, ਜਿਹਦਾ ਸਵੈਮ ਤੋਂ ਪ੍ਰਕਾਸ਼ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ। ਉਸ ਇੱਕ ਓਂਕਾਰ ਨੇ ਗੁਰ ਪ੍ਰਸਾਦ ਨਾਲ ਮਿਲਣਾ ਹੈ। ਇਹਦਾ ਮਤਲਬ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਕੋਈ ਲਿਖ ਦੇਵੇ ਇੱਕ ਓਂਕਾਰ, ਫਿਰ ਥੱਲੇ ਸਤਨਾਮ, ਫਿਰ ਥੱਲੇ ਕਰਤਾ ਪੁਰਖ, ਉਸ ਤੋਂ ਥੱਲੇ ਨਿਰਭਉ, ਅਖੀਰ ਤੇ ਗੁਰ ਪ੍ਰਸਾਦ। ਹੁਣ ਜਿਹਨੇ ਉੱਪਰ ਇੱਕ ਤੱਕ ਪਹੁੰਚਣਾ ਹੈ ਉਹਨੂੰ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਮੈਂ ਲੁਧਿਆਣੇ ਤੋਂ ਦਿੱਲੀ ਜਾਣਾ ਹੈ ਤੇ ਆਪਣਾ ਸਫ਼ਰ ਮੈਂ ਦਿੱਲੀ ਤੋਂ ਸ਼ੁਰੂ ਨਹੀਂ ਕਰਾਂਗਾ। ਸਫ਼ਰ ਮੈਂ ਲੁਧਿਆਣੇ ਤੋਂ ਸ਼ੁਰੂ ਕਰਾਂਗਾ। ਲੁਧਿਆਣੇ ਤੋਂ ਖੰਨੇ ਜਾਵਾਂਗਾ, ਉਸ ਤੋਂ ਅੱਗੇ ਮੈਂ ਪਹੁੰਚਦਾ ਚਲਾ ਜਾਵਾਂਗਾ। ਜਿਵੇਂ ਜਿਵੇਂ ਮੈਂ ਅੱਗੇ ਜਾਵਾਂਗਾ ਉਵੇਂ ਉਵੇਂ ਅੰਬਾਲਾ ਆਇਆ, ਪਾਣੀਪਤ ਆਇਆ, ਚਲਦਿਆਂ ਚਲਦਿਆਂ ਮੈਂ ਦਿੱਲੀ ਪਹੁੰਚਾਂਗਾ। ਇਸੇ ਤਰ੍ਹਾਂ ਜਿਹਨੇ ਇੱਕ ਓਂਕਾਰ ਤੱਕ ਪਹੁੰਚਣਾ ਹੈ ਉਹਨੂੰ ਸ਼ੁਰੂਆਤ ਗੁਰ ਪ੍ਰਸਾਦ ਤੋਂ ਕਰਨੀ ਪਏਗੀ। ਬਿਨਾਂ ਗੁਰੂ ਤੋਂ ਇੱਕ ਓਂਕਾਰ ਨਹੀਂ ਮਿਲ ਸਕਦਾ। ਨਾ ਕਿਸੇ ਨੇ ਅੱਜ ਤਰੀਕਾ ਪਾਇਆ, ਨਾ ਕੋਈ ਪਾ ਸਕਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਨਾ ਕਿਸੇ ਨੇ ਪਾਇਆ, ਨਾ ਕੋਈ ਪਾ ਸਕਦਾ ਹੈ। ਇਸ ਕਰਕੇ ਇੱਕ ਓਂਕਾਰ ਤੱਕ ਪਹੁੰਚਣੇ ਤੇ ਸ਼ੁਰੂਆਤ ਹੋਏਗੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਤੇ ਗੁਰੂ ਦੀ ਕਿਰਪਾ ਕੀ ਹੈ? ਘਰ ਮਿਲ ਜਾਏ, ਗੁਰੂ ਦੀ ਕਿਰਪਾ ਹੈ। ਕੋਠੀ ਮਿਲ ਗਈ, ਗੁਰੂ ਦੀ ਕਿਰਪਾ ਹੈ। ਕਾਰ ਮਿਲ ਗਈ, ਗੁਰੂ ਦੀ ਕਿਰਪਾ ਹੋ ਗਈ। ਧੀਆਂ ਪੁੱਤਰ ਮਿਲ ਗਏ, ਗੁਰੂ ਦੀ ਕਿਰਪਾ ਹੋ ਗਈ। ਅਸੀਂ ਇਹਨਾਂ ਚੀਜ਼ਾਂ ਨੂੰ ਕਹਿੰਦੇ ਆ ਵੀ ਗੁਰੂ ਦੀ ਕਿਰਪਾ ਹੋ ਗਈ ਜੀ, ਬੜਾ ਆਨੰਦ ਆ ਗਿਆ ਜੀ, ਨੌਕਰੀ ਮਿਲ ਗਈ, ਆਨੰਦ ਆ ਗਿਆ ਜੀ, ਗੁਰੂ ਦੀ ਕਿਰਪਾ ਹੋ ਗਈ, ਵੀਜ਼ਾ ਲੱਗ ਗਿਆ। ਇਹ ਹੈ ਗੁਰੂ ਦੀ ਕਿਰਪਾ। ਇੰਨੀ ਛੋਟੀ, ਇੰਨੀ ਤੁੱਛ ਹੈ, ਉਹਦੀ ਕੀਮਤ ਸਿਰਫ ਇੱਕ ਕੋਠੀ ਹੈ ਬਸ। ਬੜੀ ਸਸਤੀ ਗੁਰੂ ਦੀ ਕਿਰਪਾ। ਇੱਕ ਕਾਰ ਹੈ ਬਸ ਗੁਰੂ ਦੀ ਕਿਰਪਾ। ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ ਨਾ, ਜਦੋਂ ਇੱਕ ਦੂਜੇ ਨੂੰ ਮਿਲਦੇ ਆ ਜੀ, ਕੋਠੀ ਮਿਲ ਗਈ, ਗੁਰੂ ਦੀ ਕਿਰਪਾ ਹੋ ਗਈ, ਆਨੰਦ ਆ ਗਿਆ। ਆਨੰਦ ਆਨੰਦ ਸਭ ਕੋ ਕਹੈ, ਹਰ ਇੱਕ ਨੂੰ ਕਹੀ ਜਾਂਦੇ ਆਨੰਦ ਆਨੰਦ ਆ ਗਿਆ ਜੀ, ਆਨੰਦ ਆ ਗਿਆ। ਪਰ ਸਤਿਗੁਰੂ ਜੀ ਆਖਦੇ ਨੇ ਕਿ ਆਨੰਦ ਗੁਰੂ ਤੇ ਜਾਣਿਆ। ਆਨੰਦ ਗੁਰੂ ਤੋਂ ਪਤਾ ਲੱਗਣਾ ਕਿ ਆਨੰਦ ਹੁੰਦਾ ਕੀ ਹੈ। ਤੇ ਉਦੋਂ ਪਤਾ ਲੱਗਣਾ ਜਦੋਂ ਗੁਰੂ ਕਿਰਪਾ ਕਰੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਜਦੋਂ ਕਿਰਪਾ ਕਰਦਾ ਉਦੋਂ ਪਤਾ ਲੱਗਦਾ ਆਨੰਦ ਕੀ ਹੈ। ਤੇ ਕਿਰਪਾ ਦਾ ਮਤਲਬ ਕਾਰ ਕੋਠੀ ਨਹੀਂ ਹੈ, ਧੀਆਂ ਪੁੱਤਰ ਨਹੀਂ ਹਨ। ਜੇ ਕੋਠੀ ਮਿਲਣਾ ਕਿਰਪਾ ਹੈ, ਫਿਰ ਮੰਨਣਾ ਪਏਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਤੇ ਕਿਰਪਾ ਨਹੀਂ ਕੀਤੀ। ਕਿਉਂਕਿ ਪਹਿਲੀ ਉਦਾਸੀ ਵੇਲੇ ਭਾਈ ਲਾਲੋ ਦੇ ਘਰ ਗਏ, ਸਧਾਰਨ ਜਿਹਾ ਘਰ ਸੀ। ਜਦੋਂ ਤੀਜੀ ਉਦਾਸੀ ਵੇਲੇ ਵਾਪਸ ਆਏ ਉਦੋਂ ਵੀ ਸਧਾਰਨ ਜਿਹਾ ਘਰ ਸੀ। ਕਿਸੇ ਇਤਿਹਾਸਕਾਰ ਨੇ ਲਿਖਿਆ ਵੀ ਉੱਥੇ ਕੋਠੀ ਬਣ ਗਈ ਸੀ। ਤੇ ਜੇ ਘਰ ਮਿਲਣਾ ਕਿਰਪਾ ਹੈ, ਕੱਲ ਨੂੰ ਘਰ ਖੁੱਸ ਜਾਏ ਫਿਰ ਤੇ ਕਰੋਪੀ ਹੋਈ ਨਾ ਮਾਲਕ ਦੀ। ਫਿਰ ਕੀ ਕਵਾਂਗੇ? ਕਲਗੀਧਰ ਪਾਤਸ਼ਾਹ ਦਾ ਤੇ ਰਾਜ ਭਾਗ, ਆਨੰਦਪੁਰ ਦਾ ਮਹਿਲ, ਕਿਲੇ, ਸਾਰਾ ਕੁਝ ਚਲਾ ਗਿਆ। ਜੇ ਪੁੱਤਰ ਮਿਲ ਜਾਣੀ ਕਿਰਪਾ ਹੈ, ਫਿਰ ਕਹਿਣਾ ਪਏਗਾ ਕਿ ਬੇਬੇ ਨਾਨਕੀ ਤੇ ਗੁਰੂ ਨਾਨਕ ਦੀ ਕਿਰਪਾ ਨਹੀਂ ਹੋਈ, ਉਹਦੇ ਘਰ ਔਲਾਦ ਹੀ ਨਹੀਂ ਹੋਈ। ਜਿਸ ਬਾਬਾ ਬੁੱਢਾ ਜੀ ਦੇ ਨਾਂ ਤੇ ਪੁੱਤਰ ਵੰਡੇ ਜਾਂਦੇ ਨੇ ਸਾਧਾਂ ਸੰਤਾਂ ਵੱਲੋਂ, ਉਸ ਬਾਬੇ ਬੁੱਢੇ ਦੀ 8ਵੀਂ ਪੀੜ੍ਹੀ ਚ ਆ ਕੇ ਔਲਾਦ ਨਹੀਂ ਹੋਈ। ਸੁਜਾਨ ਸਿੰਘ ਤੋਂ ਬਾਅਦ ਔਲਾਦ ਨਹੀਂ ਹੋਈ। ਕੀ ਕਵਾਂਗੇ? ਬਾਬਾ ਬੁੱਢਾ ਜੀ ਤੇ ਕਿਰਪਾ ਨਹੀਂ ਸੀ। ਤੁਸੀਂ ਦੇਖ ਲਓ ਮਹਾਨ ਕੋਸ਼ ਵਿੱਚ ਬਾਬੇ ਬੁੱਢੇ ਦਾ ਸ਼ਜਰਾ ਦੇਖ ਲਓ, ਉਹਦੇ ਚ ਤੁਹਾਨੂੰ ਸਾਰੀ ਡਿਟੇਲ ਮਿਲ ਜਾਏਗੀ।
ਤੇ ਜੇ ਪੁੱਤਰ ਮਿਲ ਜਾਣਾ ਕਿਰਪਾ ਹੈ, ਤੇ ਪੁੱਤਰ ਖੁਸ਼ ਜਾਣੇ ਤੇ ਕਰੋਪੀ ਹੋਏਗੀ। ਕੀ ਕਵਾਂਗੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਵੀ ਸਾਹਿਬਜ਼ਾਦਾ ਨਹੀਂ ਰਿਹਾ ਕਿ ਕਿਰਪਾ ਨਹੀਂ ਰੱਬ ਦੀ, ਗੁਰੂ ਦੀ ਕਿਰਪਾ ਨਹੀਂ। ਕਿਰਪਾ ਦੀ ਕੀਮਤ ਇੰਨੀ ਤੁੱਛ ਨਹੀਂ ਹੈ, ਇੰਨੀ ਛੋਟੀ ਨਹੀਂ ਹੈ ਕਿ ਉਹਦੀ ਕੀਮਤ ਇੱਕ ਕੋਠੀ, ਉਹਦੀ ਕੀਮਤ ਇੱਕ ਕਾਰ, ਉਹਦੀ ਕੀਮਤ ਇੱਕ ਪੁੱਤਰ, ਉਹਦੀ ਕੀਮਤ ਇੱਕ ਨੌਕਰੀ। ਗੁਰੂ ਦੀ ਕਿਰਪਾ ਅਮੁੱਲਕ ਹੈ, ਮੁੱਲ ਨਹੀਂ ਪਾਇਆ ਜਾ ਸਕਦਾ। ਗੁਰੂ ਕਿਰਪਾ ਕਿਵੇਂ ਕਰਦਾ ਹੈ? ਗੁਰੂ ਦਾ ਸੰਬੰਧ ਹੈ ਗਿਆਨ ਨਾਲ, ਚੀਜ਼ਾਂ ਨਾਲ ਨਹੀਂ ਹੈ। ਬਸ ਇਹ ਯਾਦ ਰੱਖਿਓ। ਅਸੀਂ ਗੁਰੂ ਕੋਲ ਗਿਆਨ ਲੈਣ ਜਾਂਦੇ ਹਾਂ, ਚੀਜ਼ਾਂ ਨਹੀਂ ਲੈਣ ਜਾਂਦੇ। ਗੁਰਦੁਆਰੇ ਹੋਏ ਸੋਝੀ ਪਾਈ ਸੀ, ਅਸੀਂ ਸੋਝੀ ਲੈਣ ਜਾਂਦੇ ਹਾਂ, ਉੱਥੇ ਗਿਆਨ ਲੈਣ ਜਾਂਦੇ ਹਾਂ ਗੁਰੂ ਤੋਂ। ਗੁਰੂ ਸਾਡਾ ਪਾਂਦਾ ਹੈ, ਟੀਚਰ ਹੈ, ਜਿਹਨੇ ਸਾਨੂੰ ਗਿਆਨ ਦੇਣਾ ਹੈ। ਹਮ ਬਾਰਿਕ ਹਰ ਪ੍ਰਭ ਕੀ ਹੈ ਇਆਣੇ, ਧੰਨ ਧੰਨ ਗੁਰੂ ਗੁਰੂ ਸਤਿਗੁਰੂ ਪਾਂਦਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਪਾਂਦਾ ਟੀਚਰ ਹੈ, ਗੁਰੂ ਦਾ ਸੰਬੰਧ ਗਿਆਨ ਨਾਲ ਹੈ। ਇਹਦਾ ਅਰਥ ਵੀ ਇਹੀ ਹੈ ਸੰਸਕ੍ਰਿਤ ਦੇ ਵਿੱਚ। ਰੂ ਮੈਨੇ ਹਨੇਰਾ, ਰੂ ਮੈਨੇ ਨੂੰ ਖਾ ਜਾਣ ਵਾਲਾ ਪ੍ਰਕਾਸ਼। ਅਗਿਆਨਤਾ ਦੇ ਹਨੇਰੇ ਨੂੰ ਗਿਆਨ ਖਾ ਜਾਂਦਾ ਹੈ। ਰੂ ਤਮ ਤਨ ਅਗਿਆਨ ਅਚਿਤ ਅਨਿਤ, ਰੂ ਪ੍ਰਕਾਸ਼ ਕੀ ਉਜਨ ਚਿਤ। ਤੇ ਉਹਨੂੰ ਅਸੀਂ ਵਾਹ ਕਹਿ ਦਿੰਦੇ ਹਾਂ ਗੁਰੂ ਨੂੰ। ਵਾਹ ਨਾਮ ਅਸਚਰਜ ਕੋ ਹੋਈ, ਅਸਚਰਜ ਤੇ ਪਰ ਉਕਤ ਨਾ ਕੋਈ। ਵਾਹ ਮੈਨੇ ਅਦਭੁਤ। ਉਹ ਗੁਰੂ ਵਾਹ ਹੈ ਜਿਹੜਾ ਮੇਰੇ ਅੰਦਰ ਦੇ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਦੀ ਰੋਸ਼ਨੀ ਦੇ ਦਿੰਦਾ ਹੈ। ਰੂ ਤਮ ਤਨ ਅਗਿਆਨ ਅਨਿਤ, ਰੂ ਪ੍ਰਕਾਸ਼ ਕੀ ਉਜਨ ਚਿਤ। ਗੁਰੂ ਕਿਰਪਾ ਕਿਵੇਂ ਕਰਦੇ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਆਇਆ ਗੁਰੂ ਦੀ ਕਿਰਪਾ, ਉਹ ਪਾਪਾਂ ਨੂੰ ਕੱਟ ਦਿੰਦਾ ਤੇ ਗਿਆਨ ਦਾ ਸੁਰਮਾ ਅੱਖਾਂ ਚ ਪਾ ਦਿੰਦਾ। ਰੱਬ ਦਿਸ ਜਾਂਦਾ ਹੈ, ਗਿਆਨ ਦਿੰਦਾ ਹੈ ਉਹ। ਗੁਰੂ ਦਾ ਸੰਬੰਧ ਗਿਆਨ ਨਾਲ। ਜਦੋਂ ਗੁਰੂ ਨੇ ਗਿਆਨ ਦੇ ਦਿੱਤਾ, ਗੁਰੂ ਦੀ ਕਿਰਪਾ ਹੋ ਗਈ। ਕਿੰਨੇ ਕੁ ਨੇ ਜਿਹੜੇ ਗੁਰੂ ਦਰ ਤੇ ਜਾ ਕੇ ਜਾਂ ਗੁਰਬਾਣੀ ਨੂੰ ਸਮਝ ਕੇ ਗੁਰੂ ਦੀ ਕਿਰਪਾ ਹਾਸਲ ਕਰ ਲੈਂਦੇ ਨੇ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਉਹਨਾਂ ਦਾ ਅੰਦਰੋਂ ਮੋਹ, ਅੰਦਰੋਂ ਅਟੈਚਮੈਂਟ ਟੁੱਟ ਜਾਂਦੀ ਹੈ। ਫਿਰ ਜਿੰਨਾ ਪਿਆਰ ਆਪਣੇ ਪੁੱਤਰ ਨੂੰ ਕਰਦੇ ਨੇ, ਗਵਾਂਢ ਦੇ ਬੱਚੇ ਨੂੰ ਵੀ ਨਹੀਂ ਕਰਦੇ। ਮੋਹ ਸੀਮਾ ਚ ਬੰਨ ਦਿੰਦਾ ਹੈ, ਪ੍ਰੇਮ ਸੀਮਾ ਨੂੰ ਤੋੜ ਦਿੰਦਾ ਹੈ। ਉਹਨਾਂ ਦੇ ਅੰਦਰ ਮੋਹ ਟੁੱਟ ਜਾਂਦਾ ਹੈ, ਪ੍ਰੇਮ ਪ੍ਰਗਟ ਹੋ ਜਾਂਦਾ ਹੈ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣੇ। ਇਹ ਹੈ ਗੁਰੂ ਪ੍ਰਸਾਦ, ਇਹ ਹੈ ਗੁਰੂ ਦੀ ਕਿਰਪਾ, ਗੁਰੂ ਦਾ ਗਿਆਨ ਲੈਣਾ। ਤੇ ਜਦੋਂ ਗੁਰੂ ਗਿਆਨ ਦਿੰਦਾ ਹੈ, ਆਖਦਾ ਰੱਬ ਤੱਕ ਪਹੁੰਚਣਾ ਹੀ, ਆ ਤੈਨੂੰ ਇੱਕ ਇੱਕ ਪੌੜੀ ਉੱਚਾ ਚੜਾਉਂਦਾ ਚਲਾ ਜਾਵਾਂ। ਕਿਵੇਂ? ਗੁਰੂ ਆਖਦਾ ਪ੍ਰਭੂ ਸੈਭੰ ਹੈ, ਉਹਦਾ ਸਵੈਮ ਤੋਂ ਪ੍ਰਕਾਸ਼ ਹੈ। ਉਹ ਆਪਣੇ ਸਹਾਰੇ ਖੜਿਆਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੇ ਮੈਂ ਕਹਿੰਦਾ ਵਾਂ ਕਿ ਰੱਬ ਸੈਭੰ ਹੈ, ਤੇ ਮੈਂ ਕੀ ਕਰਾਂ? ਹੋਏਗਾ ਸੈਭੰ। ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਆਪਣੇ ਸਹਾਰੇ ਖੜਾ। ਫਿਰ ਮੈਂ ਕੀ ਕਰਾਂ? ਮੈਨੂੰ ਕੀ ਲਾਭ ਹੋਇਆ? ਮੈਨੂੰ ਕੀ ਸਿੱਖਿਆ ਮਿਲੀ? ਗੁਰੂ ਆਖਦਾ ਤੂੰ ਰੱਬ ਨਹੀਂ ਬਣਨਾ। ਤੂੰ ਤਾਂ ਕਹਿੰਦਾ ਸੀ ਮੈਂ ਰੱਬ ਬਣਨਾ ਹੈ, ਮੈਂ ਰੱਬ ਦਾ ਰੂਪ ਹੋਣਾ ਹੈ। ਜੇ ਰੱਬ ਚ ਅਭੇਦ ਹੋਣਾ ਹੈ, ਤੇਰੇ ਚ ਰੱਬ ਵਾਲਾ ਗੁਣ ਤੇ ਹੋਵੇ। ਭਗਤ ਰੱਬ ਦਾ ਰੂਪ ਹੈ। ਕਿਉਂ ਰੂਪ ਹੈ? ਕਿਉਂਕਿ ਉਹਦੇ ਚ ਰੱਬ ਵਾਲੇ ਗੁਣ ਨੇ। ਅਸੀਂ ਭੱਟਾਂ ਦੇ ਸਵਈਆਂ ਚ ਇਹ ਪੜ੍ਹ ਕੇ ਗਏ ਹਾਂ, ਗੁਰੂ ਅਰਜੁਨ ਪ੍ਰਤੱਖਿਆ ਹਰ। ਕਿਉਂ ਪ੍ਰਤੱਖ ਹਰ ਨੇ? ਪ੍ਰਗਟ ਰੂਪ ਚ ਕਿਉਂ ਸਾਹਮਣੇ ਸਾਹਮਣੇ ਰੱਬ ਨੇ? ਕਿਉਂਕਿ ਉਹਨਾਂ ਚ ਰੱਬ ਵਾਲੇ ਗੁਣ ਨੇ। ਇਹ ਜੀਵ ਜੇ ਤੂੰ ਰੱਬ ਵਰਗਾ ਬਣਨਾ ਹੈ, ਰੱਬ ਪ੍ਰਗਟ ਕਰਨਾ ਜੀਵਨ ਵਿੱਚ, ਰੱਬ ਤੱਕ ਪਹੁੰਚਣਾ, ਤੇ ਘੱਟੋ ਘੱਟ ਰੱਬ ਦਾ ਗੁਣ ਧਾਰਨ ਕਰਨਾ ਪਏਗਾ। ਤੈਨੂੰ ਸੈਭੰਗ ਬਣਨਾ ਪਏਗਾ। ਤੂੰ ਵੀ ਆਪਣੇ ਸਹਾਰੇ ਖਲੋ। ਜੀਵ ਆਖਦਾ ਵੀ ਮੈਂ ਆਪਣੇ ਪੈਰਾਂ ਤੇ ਹੀ ਖੜਾ, ਆਪਣੇ ਸਹਾਰੇ। ਗੁਰੂ ਆਖਦਾ ਇਸ ਤਰ੍ਹਾਂ ਨਹੀਂ। ਸੈਭੰਗ ਦਾ ਮਤਲਬ ਇਹ ਹੈ ਆਪਣੇ ਸਹਾਰੇ ਖਲੋ, ਆਪਣੇ ਹੱਕ ਦੀ ਕਮਾਈ ਖਾ, ਕਿਸੇ ਦੂਜੇ ਦਾ ਹੱਕ ਨਾ ਮਾਰ। ਜੇ ਮੇਰੀ ਤਨਖਾਹ 3000 ਪਾਉਂਡ ਹੈ, ਪਰ ਮੇਰੇ ਘਰ 5000 ਪਾਉਂਡ ਆ ਰਹੇ ਹੈ, ਇਹਦਾ ਮਤਲਬ ਮੈਂ ਸੈਭੰਗ ਨਹੀਂ ਆ। ਸਿਰਫ ਸੈਭੰਗ ਦਾ ਪਾਠ ਰੋਜ਼ ਕਰ ਲੈਣਾ ਵਾ, ਪਰ ਬਣਿਆ ਨਹੀਂ ਹੈ ਸੈਭੰਗ। ਤਨਖਾਹ ਮੇਰੀ 3000 ਪਾਉਂਡ, ਘਰ ਆ ਰਿਹਾ 5000 ਪਾਉਂਡ, ਇਹਦਾ ਮਤਲਬ 2000 ਪਾਉਂਡ ਕਿਸੇ ਹੋਰ ਦਾ ਆ ਰਿਹਾ ਹੈ, ਜਿਹੜਾ ਮੇਰਾ ਨਹੀਂ ਸੀ, ਜਿਹੜਾ ਕਿਸੇ ਹੋਰ ਨੂੰ ਮਿਲਣਾ ਚਾਹੀਦਾ ਸੀ, ਉਹਦਾ ਹੱਕ ਸੀ। ਜੇ ਮੇਰੇ ਘਰ ਵਿੱਚ ਆ ਰਿਹਾ, ਮੈਂ ਫਿਰ ਸੈਭੰਗ ਦਾ ਪਾਠ ਜ਼ਰੂਰ ਕਰਦਾ ਰੋਜ਼। ਸੈਭੰਗ ਬਣਿਆ ਨਹੀਂ ਆ। ਸੈਭੰਗ ਬਣਨ ਵਾਸਤੇ
ਮੈਨੂੰ ਆਪਣੇ ਹੱਕ ਦੀ ਕਮਾਈ ਖਾਣੀ ਪਏਗੀ। ਗੁਰੂ ਨੇ ਕਿਹਾ ਸੀ ਹੱਕ ਪਰਾਇਆ ਨਾਨਕਾ ਉਹ ਸੂਰ ਉਸਗਾਏ। ਤੂੰ ਕਹਿੰਦਾ ਮੈਂ ਤੇ ਵੈਜੀਟੇਰੀਅਨ ਆ ਪਿਓਰ, ਜਦੋਂ ਕਿਸੇ ਗਰੀਬ ਦਾ ਹੱਕ ਲੈ ਕੇ ਘਰ ਖਾਣਾ ਹੈ ਨਾ, ਤੇਰੇ ਵਰਗਾ ਫਿਰ ਮਾਸਾਹਾਰੀ ਕੋਈ ਨਹੀਂ ਹੁੰਦਾ, ਕਿਉਂਕਿ ਹੱਕ ਪਰਾਇਆ ਨਾਨਕਾ ਉਹ ਸੂਰ ਉਸਗਾਏ। ਜਦੋਂ ਝੂਠ ਬੋਲਦਾ ਉਦੋਂ ਮਾਂਸ ਹੀ ਖਾ ਰਿਹਾ ਤੂੰ। ਕੂੜ ਬੋਲ ਮੁਰਦਾਰ ਖਾਏ, ਕਿਉਂ ਮੈਂ ਤੇ ਅੰਡੇ ਦੇ ਨੇੜੇ ਨਹੀਂ ਜਾਂਦਾ। ਜਦੋਂ ਝੂਠ ਬੋਲਦਾ ਕਿੰਨਾ ਮਾਂਸ ਖਾਣਾ, ਮੁਰਦਾ ਖਾਈ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿੰਦਾ ਕਿ ਸੈਵੰਗ ਹੋ, ਆਪਣੇ ਸਾਰੇ ਖਲੋ, ਕਿਸੇ ਗਰੀਬ ਦਾ ਹੱਕ ਨਾ ਮਾਰੀ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ 3 ਅਸੂਲਾਂ ਦੇ ਵਿੱਚ ਇੱਕ ਅਸੂਲ ਹੈ ਕਿਰਤ ਕਰੋ। ਇਹਦਾ ਮਤਲਬ ਕਿਰਤ ਕਰੋ ਕੱਲਾ ਨਹੀਂ, ਸੱਚੀ ਸੁੱਚੀ ਕਿਰਤ ਕਰੋ, ਹੱਕ ਦੀ ਕਮਾਈ ਕਰ ਲੈ ਕੇ ਆਓ। ਇਹਨਾਂ ਦੇਸ਼ਾਂ ਦੇ ਵਿੱਚ ਕਿਸੇ ਨੂੰ ਬੈਕ ਪ੍ਰੋਬਲਮ ਹੋਵੇ ਤੇ ਉਹਨੂੰ ਗਵਰਨਮੈਂਟ ਵੱਲੋਂ ਬੈਨੀਫਿਟ ਮਿਲ ਜਾਂਦੇ ਨੇ। ਹੁਣ ਮੈਨੂੰ ਬੈਕ ਪ੍ਰੋਬਲਮ ਨਹੀਂ ਹੈ, ਪਰ ਮੈਂ ਗਵਰਨਮੈਂਟ ਨੂੰ ਝੂਠ ਬੋਲ ਕੇ ਬੈਨੀਫਿਟ ਲੈ ਰਿਹਾ, ਇਹਦਾ ਮਤਲਬ ਮੈਂ ਸੈਵੰਗ ਨਹੀਂ ਆ। ਜਿਹਨੂੰ ਇਹ ਪ੍ਰੋਬਲਮ ਸੀ, ਇਹ ਹੱਕ, ਇਹ ਬੈਨੀਫਿਟ ਉਹਨੂੰ ਮਿਲਣਾ ਚਾਹੀਦਾ ਸੀ, ਪਰ ਮੈਂ ਉਹਦੇ ਮੋਢਿਆਂ ਤੇ ਖੜਾ ਵਾਂ। ਮੈਂ ਆਪਣੇ ਪੈਰਾਂ ਤੇ ਨਹੀਂ, ਆਪਣੇ ਸਾਰੇ ਨਹੀਂ ਖੜਾ, ਮੈਂ ਉਸ ਰੋਗੀ ਦੇ ਮੋਢਿਆਂ ਤੇ ਖੜਾ, ਉਸ ਅਪਾਹਜ, ਉਸ ਹੈਂਡੀਕੈਪ ਦੇ ਮੋਢਿਆਂ ਤੇ ਖੜਾ, ਜਿਹਨੂੰ ਇਹ ਹੱਕ ਮਿਲਣਾ ਚਾਹੀਦਾ ਸੀ। ਮੈਂ ਸੈਵੰਗ ਪੜ੍ਹਦਾ ਹਾਂ, ਬਣਿਆ ਨਹੀਂ। ਮੈਨੂੰ ਪਤਾ ਲੱਗ ਜਾਂਦੇ ਵੀ ਕਿ ਜਿਹੜੇ ਹੈਂਡੀਕੈਪ ਲੋਕ ਨੇ ਉਹਨਾਂ ਨੂੰ ਡਿਸੇਬਲ ਬੈਜ ਮਿਲ ਜਾਂਦੇ ਨੇ, ਉਹ ਜਿੱਥੇ ਮਰਜ਼ੀ ਗੱਡੀ ਖੜੀ ਕਰ ਸਕਦੇ ਨੇ। ਮੈਂ ਝੂਠ ਬੋਲ ਕੇ ਡਿਸੇਬਲ ਬੈਜ ਲੈ ਲੈਣਾ ਵਾ, ਤਾਂ ਕਿ ਜਿੱਥੇ ਵੀ ਜਾਵਾਂ ਮੈਨੂੰ ਪਾਰਕਿੰਗ ਦੇ ਪੈਸੇ ਨਾ ਪੇ ਕਰਨੇ ਪੈਣ। ਮੈਂ ਬਸ ਉਹ ਡਿਸੇਬਲ ਬੈਜ ਸਾਹਮਣੇ ਡਿਸਪਲੇ ਕਰਕੇ ਮੈਂ ਗੱਡੀ ਲਾ ਲਵਾਂ। ਡਿਸਪਲੇ ਵਾਲੀ ਜਿਹੜੇ ਹੈਂਡੀਕੈਪ ਲੋਕ ਨੇ ਉਹਨਾਂ ਡਿਸੇਬਲ ਪਾਰਕਿੰਗ ਦੇ ਵਿੱਚ ਮੈਂ ਆਪਣੀ ਗੱਡੀ ਪਾਰਕ ਕਰ ਲਵਾਂ। ਇਹਦਾ ਮਤਲਬ ਮੈਂ ਗੁਰੂ ਨਾਨਕ ਦੀ ਸਿੱਖੀ ਕਮਾਈ ਨਹੀਂ, ਕਿਉਂਕਿ ਮੈਂ ਸੈਵੰਗ ਕਹਿੰਦਾ ਵਾਂ, ਬਣਿਆ ਨਹੀਂ ਆ। ਮੈਂ ਉਸ ਡਿਸੇਬਲ ਪਾਰਕਿੰਗ ਦਾ ਉਹ ਹੱਕ ਲੈ ਰਿਹਾ ਜਿਹੜਾ ਕਿਸੇ ਹੈਂਡੀਕੈਪ ਨੂੰ ਮਿਲਣਾ ਚਾਹੀਦਾ ਸੀ, ਉਹਦਾ ਹੱਕ ਤੇ ਮੈਂ ਖੋ ਰਿਹਾ ਵਾਂ, ਝੂਠ ਬੋਲ ਕੇ ਲੈ ਰਿਹਾ। ਮੈਂ ਪੜ੍ਹਦਾ ਹਾਂ, ਮੈਂ ਸੈਵੰਗ ਰੋਜ਼ ਪੜ੍ਹਦਾ, ਪਰ ਜ਼ਿੰਦਗੀ ਚ ਇਹਦੀ ਕਮਾਈ ਨਹੀਂ ਕਰ ਰਿਹਾ। ਮੈਂ ਇਹਨੂੰ ਕਹਿੰਦੇ ਨੇ ਕਮਾਈ ਕਰਨੀ, ਸਾਦਾ ਵਾਲੀ ਕਮਾਈ ਨਹੀਂ ਕਿ ਅੱਖਾਂ ਬੰਦ ਕਰਕੇ ਭੋਰਿਆਂ ਚ ਬੈਠ ਕੇ ਮਾਲਾ ਫੇੜ ਕੇ ਮੰਤਰ ਜਾਪ ਕਰਨੇ। ਬਾਬਾ ਜੀ ਬੜੀ ਕਮਾਈ ਵਾਲੇ ਨੇ, ਉਹਨਾਂ ਨੇ ਕੋਈ ਜੁੱਤੀਆਂ ਦੀ ਦੁਕਾਨ ਨਹੀਂ ਖੋਲੀ ਵੀ ਬੜੀ ਕਮਾਈ ਕਰ ਰਹੇ ਨੇ, ਨਾ ਉਹਨਾਂ ਨੇ ਆਲੂ ਬੈਂਗਣ ਦੀ ਰੇਹੜੀ ਲਾਈ ਹੋਈ ਹੈ ਵੀ ਉਹ ਕਮਾਈ ਕਰ ਰਹੇ ਨੇ। ਇਹ ਕਮਾਈ ਥੋੜੇ ਹੈ, ਕਮਾਈ ਇਹਨੂੰ ਕਹਿੰਦੇ ਨੇ ਗੁਰਬਾਣੀ ਨੂੰ ਪ੍ਰੈਕਟੀਕਲ ਜੀਣਾ ਆਇਆ ਕਮਾਈ। ਕਿੰਨੇ ਕੁ ਲੋਕ ਇਹ ਕਮਾਈ ਕਰ ਰਹੇ ਨੇ? ਬਾਬਾ ਜੀ ਤੇ ਆਪ ਲੋਕਾਂ ਤੋਂ ਮੰਗ ਕੇ ਖਾਂਦੇ ਨੇ। ਕਮਾਈ ਤੇ ਗਰੀਬ ਕਿਰਤੀ ਸਿੱਖ ਕਰਦਾ ਹੈ ਜਦੋਂ ਗੁਰੂ ਕੀ ਬਾਣੀ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਚ ਪ੍ਰਗਟ ਕਰਦਾ ਹੈ, ਹੱਕ ਦੀ ਕਮਾਈ ਕਰ ਲੈ ਕੇ ਆਉਂਦਾ ਹੈ, ਉਹ ਹੈ ਸੈਵੰਗ ਦੀ ਕਮਾਈ ਕਰਨ ਵਾਲਾ। ਸੈਵੰਗ ਮੈਨੇ ਜਿਹੜਾ ਆਪਣੇ ਸਾਰੇ ਖੜੇ, ਜਿਸ ਦਿਨ ਗੁਰੂ ਆਖਦੇ, ਜਿਸ ਦਿਨ ਤੂੰ ਆਪਣੇ ਹੱਕ ਦੀ ਕਮਾਈ ਕਰੇਗਾ ਨਾ, ਆਪਣੇ ਹੱਕ ਦੀ ਚੀਜ਼ ਕਰ ਲੈ ਕੇ ਆਏਗਾ, ਉਸ ਦਿਨ ਤੂੰ ਸੈਵੰਗ ਹੋ ਜਾਏਗਾ। ਆਹ ਹੈ ਗੁਰਮਤਿ ਦਾ ਸਿਧਾਂਤ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਆਇਆ ਸੈਵੰਗ। ਗੁਰੂ ਨੇ ਕਿਹਾ ਆ ਤੈਨੂੰ ਇੱਕ ਪੌੜੀ ਹੋਰ ਉੱਚਾ ਚੁੱਕ ਦੇਵਾਂ। ਰੱਬ ਹੈ ਅਜੂਨੀ। ਮੈਂ ਕਹਿੰਦਾ ਹੋਏਗਾ ਰੱਬ ਅਜੂਨੀ, ਉਹ ਜੂਨਾ ਚ ਨਹੀਂ ਆਉਂਦਾ, ਮੈਂ ਕੀ ਕਰਾਂ? ਮੈਂ ਤੇ ਜੂਨਾ ਭੋਗਦਾ ਫਿਰਦਾ। ਰੱਬ ਅਜੂਨੀ ਤੇ ਮੈਨੂੰ ਕੀ ਲਾਭ ਹੈ ਅਜੂਨੀ ਹੋਣ ਦਾ? ਮੈਂ ਤੇ ਹਰ ਪਲ ਜੂਨਾ ਭੋਗਦਾ, ਕਿਸੇ ਗਰੀਬ ਦਾ ਹੱਕ ਮਾਰਦਾ। ਮੈਂ ਸ਼ੇਰ ਬਘਿਆੜ ਬਣ ਜਾਂਦਾ ਵਾਂ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚੱਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤੇ ਛੱਡ ਜਾਓ। ਜਦੋਂ ਮੈਂ ਲਾਲਚ ਕਰਦਾ, ਮੈਂ ਕੁੱਤੇ ਦੀ ਜੂਨ ਵਿੱਚ ਆ ਜਾਣਾ। ਜਿਉਂ ਕੁੱਕਰ ਹਰਕਾਇਆ ਤਾਵੈ ਦੇ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਭਖ ਭਖ ਸਭ ਖਾਏ। ਜਦੋਂ ਮੈਂ ਜਿਉਂਦੇ ਦੀ ਧਨ ਤੇ ਕੁੰਡਲੀ ਮਾਰ ਕੇ ਬਹਿ ਜਾਣਾ, ਮੈਂ ਸੱਪ ਹੋ ਜਾਣਾ ਵਾਂ। ਦਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ। ਮੈਂ ਰਾਜ ਭਾਗ ਤੇ ਕੁੰਡਲੀ ਮਾਰ ਲੈਣਾ, ਸੱਪ ਹੋ ਜਾਣਾ। ਜਦੋਂ ਮੈਂ ਹੰਕਾਰ ਕਰਦਾ, ਮੈਂ ਹਾਥੀ ਦੀ ਜੂਨ ਵਿੱਚ ਆ ਜਾਣਾ। ਮਨ ਤੋਂ ਮੈਗਲ ਹੋ ਰਹੀ ਹੋ ਨਿਕਸੇ ਕਿਉਂ ਕਰ ਜਾਏ। ਜਦੋਂ ਮੈਂ ਨਿੰਦਿਆ ਚੁਗਲੀ ਦੀ ਗੰਦਗੀ ਖਾਣਾ, ਮੈਂ ਸੂਰ ਬਣ ਜਾਂਦਾ ਵਾਂ। ਮੈਂ ਜੂਨਾ ਭੋਗ ਰਿਹਾ ਵਾਂ, ਔਰ ਪਲ ਪਲ ਜੂਨਾ ਭੋਗਦਾ ਵਾਂ। ਕਦੀ ਮੈਂ ਕਿਸ ਜੂਨ ਚ, ਮੈਂ ਬੜੀ ਗੁਰਬਾਣੀ ਦੇ ਅਰਥ ਜਾਣਦਾ ਵਾਂ, ਪਰ ਗਧੇ ਦੀ ਤਰ੍ਹਾਂ ਗਿਆਨ ਦਾ ਭਾਰ ਤੇ ਢੋਈ ਜਾਣਾ, ਉਹਦੀ ਸੁਗੰਧ ਹੀ ਨਹੀਂ ਲੈ ਰਿਹਾ।
वेद पुराण पढ़े का क्या गुण, खर चंदन जस भारा, राम नाम की गत नहीं जानी, कैसे उतर सपारा। जिंदगी दे विच मैं पशुआं वांगू जी रहा वां। इनू कहंदे ने करतूत पशु की, मानस जात। शरीर मनुखा वाला, काम पशुआं वाले ने, मनुख ते बने ही नहीं। साडी 25% जिंदगी मिट्टी पत्थर पानी च गुजर जाती है। साडी 25% जिंदगी पेड़ पौधे वनस्पति के रूप च गुजर जाती है, ते साडी 25% जिंदगी पशुआं पंछियां के रूप च गुजर जाती है। मनुखा वाले 25% ते आए नहीं, संपूर्ण किद्दां होवांगे। 25% मिट्टी पत्थर पानी च मेरी जिंदगी गुजर जाती है। किवें? सवेरे उठिया, इशनान किया, शरीर की मिट्टी मैल लाई, पानी नाल धोता, अपने फर्शां नूं पत्थरां नूं धोता, सफाई की, पानी दे नाल मिट्टी बाहर कड्ढी, साफ सफाई दे विच 25% जिंदगी गुजर गई मिट्टी पत्थर पानी वाली। इस तरह जिंदगी गुजर गई। अगली जिहड़ी जिंदगी है पशुआं पंछियां वाली, वनस्पति वाली, 25% होवे। वनस्पति की तरह, पेड़ पौधों की तरह मेरी 25% जिंदगी गुजर गई। पेड़ पौधे की ने? सवेर हुई फुल खिड़ गया, शाम हुई फुल मुरझा गया। मैं भी कभी सवेर हुई ताड़ी मार के ठाका मार के हसिया, फुल की तरह खिड़ गया। जरा कुछ ना दुख आया, मुसीबत आई, धाहा मार के रोन लग पिया, मुरझा गया, दुखी हो गया। कभी मैं खिड़ जाना, कभी मुरझा जाना वा। कभी सुख मैनू प्रभावित कर जाता है, कभी दुख कर जाता है। वनस्पति वांगू मेरी जिंदगी है। 25% मेरी जिंदगी पशुआं पंछियां वर्गी गुजर जाती है। उन्हां दी जिंदगी की है? पशु जिहड़ा है, पशु ने बच्चे नूं जन्म दिता, पशु का बच्चा जम्मिया, उन्हें दुध पीता, वह वड्डा होया, कदी बीमार हो गया, कदी राजी हो गया, अगों ओहदे बच्चे होए, अखीर ते उन्हें अपनी उम्र भोग ली, दुनिया तो चला गया। मेरे ते पशु की जिंदगी च कोई फर्क नहीं। मैं भी पैदा होया, मैं भी दुध पीता, मैं भी वड्डा होया, मैं भी कदी बीमार होया, कदी मैं राजी हो गया, और मेरे भी बच्चे हुए, मैं उन्हें भी संभाल की, एक समय आया मेरे साह मुक गए, मैं भी दुनिया तो चला गया। मेरे तो इस पशु च की फर्क है? कोई फर्क नहीं। गुरमत सुन कछ ज्ञान ना उपजियो, पशु ज्यों उदर परो। ਇਹਦਾ मतलब गुरमत सुनी सी, ਇਹਨੇ भी नहीं सुनी सी। गुरमत सुनी सी पर ज्ञान नहीं पैदा होया। गुरमत सुन कछ ज्ञान ना उपजियो, पशु जी उदर परो। पशु वांगू खा हड़ा दुनिया तो चला गया। जिवें पशु खा हड़ा चले जाते हैं, ये भी तुर जाता है खा के। मेरे ते इस पशु च फर्क कोई नहीं। वो भी पल पुस के वड्डे होके वो भी मुक जाते हैं, मैं भी वड्डा हो जाना, मैं भी बच्चों को पाल लेना, मैं भी मुक जाना। मैं कहना जी मैं तो जी अपने बच्चों लिए रोटी का प्रबंध करदा। हुण मैं कोई नवा काम नहीं कर रहा, एक काम तो एक छोटी जिन्नी चिड़ी भी कर लेंदी है। वो उड़ के जाती बड़ी मेहनत दे नाल, कितों दाना चोगा लभ के लियाती, चुग के लिया के अपने बोटां दे मूँह च पांदी है। फिर उड़ के जाती, फिर एक दाना कितों चोगा लभ के लैके आती, अपने बोटां दे मूँह च पांदी है। मेरे ते चिड़ी च की फर्क है? मैं भी बच्चों की रोटी का प्रबंध करदा, कि चिड़ी भी कर लईए। मैं कहना जी नहीं, मैं तो जी अपने बच्चों लिए घर बनाया है। हुण ये काम तो चिड़ी भी कर रही है, उड़ के जाती, किते तिनका लभ के लैके आती है, टाणी ते रख दिंदी है। फिर उड़ के जाती, एक दूजा तिनका लभ के लियाती है, वो टाणी ते रख दिंदी है। कितना हार्डवर्क करती है वो, तिनका तिनका चुग चुग के इकट्ठा कर करके अपना घर बना लैंदी है। जिहड़ा काम चिड़ी दा है वो काम मेरा है। मेरे ते चिड़ी च फर्क की है? 25% जिंदगी मिट्टी पत्थर पानी च गुजर जाती है। चाहिए भी साफ सफाई है, नहीं होवे, इशनान होवे, साफ सफाई होवे, जिंदगी नाल जुड़ियां चीजां ने। 25% वनस्पति वर्गी जिंदगी, सुख दुख जिंदगी च आंदे ने, इहदे तो बिना जीवन नहीं है। सुख दुख दोएदार कपड़े पहरे जाए मनुख। 25% पशु पंछियां वाली जिंदगी है। मैनू किसी ने पाल पोस के वड्डा कीता है, अगों मैं भी किसी ने पाल पोस के वड्डा करना है। मेरे फर्ज ने ये समाज के प्रति, परिवार के प्रति, इस संसार के प्रति। पर मनुखा वाले 25% काम मैं कीते नहीं। मैं स्वार्थी हाँ, सिर्फ अपने बच्चों बारे सोचा, गवांढी के बच्चे बारे कभी नहीं सोचा। मेरी मां तो मां है, पर गवांढी की मां मेरी मां नहीं है। जो मैं पता लगता है गवांढी की मां बीमार है, मैं सुन के तुर जाना अपने काम के लिए। मैं नहीं पूछता भी गवांढी की मां बीमार है, वो इलाज का कोई प्रबंध किया।
मैं सैल्फिश हो जाना, मैं इंसान नहीं रहंदा, मैं पशु तक ही सीमित रहना। जिवें पशु पंछी अपने बच्चों तक सीमित ने, मैं अपने परिवार तक सीमित। मनुखा वाली सोच ते अजे पैदा ही नहीं हुई। इन्हू कहंदे ने करतूत पशु की मानस जात, जुना ते मैं भोग ही रहा। इंसाना वाला अज कम आया ही नहीं, इंसान अजे बनया नहीं आ, अजे सोच जिहड़ी पशुओं वाली बन रही है। यही मेरी मेरी जूना ने। मेरा घर अपना है, मैं स्वार्थी है ना। ये मेरे बच्चे अपने ने, मैं स्वार्थी हाँ। मेरा शरीर अपने, मैं स्वार्थी हाँ। ये मेरे अपने, यही मेरे जूना ने। मन तन थाप किया सब अपना, एहो आवन जाना। यही तो पशुओं वाली वृत्ति है, यही तो पशुओं वाली जूना ने। स्वार्थी होके जीना, सेल्फिश होके जीना, मन तन थाप किया सब अपना, एहो आवन जाना। ये मेरा आवागमन है। गुरु ज्ञान नहीं मेरे कोल, मैं पशुओं वाली जिंदगी जी रहा हाँ। गुरु मंत्र हिणस्य जो प्राणी त्रिगंत जन्म प्रश्न कुकरें सुकरें गर्दबे काकें सर्पने तुल खलें। ते मनुख किस दिन बनागा? गुर सेवा ते भगत कमाई ताबे मानस दे ही पाई। हुण इहदा अर्थ ये नहीं कि पशुआं ने गुरु की सेवा ते भगती की फिर वो मनुखा शरीर उन्होंने मिलिया। हुण कुत्ता गुरुद्वारे गुरु की सेवा करन आए, तुसीं करन देओगे? तुसीं डंडा मार के भजा दोगे बेचारे नूं? कभी देखिया मझ ने चौंकड़ा मारिया होवे ते मझ भगती कर रही होवे? मनुख जिस दिन तू गुरु की सेवा गुरु की भगती करेगा उदण मनुख बनेगा तू। गुर सेवा ते भगत कमाई ताबे मानस दे ही पाई। मनुख का जन्म गुरु के घर विच हुंदा है, उस तो पहला असीं पशु ही हां। सतगुर कै जन्मे गवन मिटाया। जिस दिन गुरु के घर जन्म लवांगे साडी पशुआं वाले आवागमन मुक जाणगे। साध संग भयो जन्म प्राप्त कर सेवा भज हर हर गुरमत। गुरु की मत लै लई, तेरा साध संगत गुरु की संगत च तेरा मनुख रूप च जन्म हो जाएगा। उदण जन्म होएगा जिदन गुरु की मत तेरे को लाएगी। साध संग भयो जन्म प्राप्त कर सेवा भज हर हर गुरमत। उस दिन, जिस दिन फिर मैं निंदा चुगली नहीं करांगा, मैं सूर नहीं बनागा, मैं लालच नहीं करांगा, मैं कुत्ते की जून च नहीं आवांगा, हंकार नहीं करांगा, मैं हाथी नहीं बनागा। जिस दिन मैं अपनी जिंदगी दे विच किसी गरीब का हक नहीं मारांगा, शेर बघियाड़ नहीं बनागा, धन पदार्थां ते नजायज कब्जा करके नहीं बैठांगा, मैं सप नहीं बनागा। उस दिन मेरी पशु वृत्तियां खत्म हो जाएगियां, पशु वृत्तियां वाले सुभाव मुक जाएंगे, मेरा आवागमन कटिया जाएगा, मैं अजूनी हो जावांगा। अजूनी, रब अजूनी है। रब वर्गा बनना तेनों भी पशुओं वाली वृत्तियां, पशुओं वाली जूना त्याग देनियां पैणगियां। गुरु ने कहा एक पौड़ी तेन उच्चा होर चुक देना होगा, तो रब तक पहुंचना ही, रब वर्गा बनना ही, रब च अपील होना ही, रब वाले गुण धारण कर ले। प्रभु है अकाल मूरत, काल तो रहत मौत तो रहत, ਉਹਦੇ ਉੱਪਰ मौत का असर नहीं, ਉਹ ਕਦੇ ਮਰਦਾ नहीं है। मैं अपने गुरु जी ਨੂੰ कहना, गुरु जी फिर मैनू की लाभ होया, मैं तो मर जाना, मैं रब कदी मरदा नहीं, मैनू की लाभ, मैं तो रोज ही मरदा हाँ। बल्कि जो मैं सच बोलदा मैं जीव उठदा वा, जो झूठ बोलदा मैं मर जाना वा। जो मैं सिफत करदा वा मैं जी पैना वा, जो निंदा करदा मेरी मौत हो जाती है। जो मैं अपने हक की सच्ची सुच्ची कमाई कर लैके आना मेरी जमीर जिउंदी हो जाती है। जो किसी गरीब का हक मार के कर लैके आना मेरी जमीर मर जाती है। जो रब नूं याद करदा मैं जी पैना, जो रब भुल जाता मेरी मौत हो जाती है। आखा जीवा विसरे मर जाऊं, जो रब चेते आ जाता मैं जी पैना, जो भुल जाता मैं मर जाता। और रोज ही प्रभु की याद नूं भुला के मैं मरी जाना, जमी जाना, मरी जाना। जिसे भुलाए आप मर मर जमै नित, जिन्होंने मनुख आप भुला दिंदा है, रब नूं भुला दिंदा है, आप ही रोज जमदा मरदा है। रब्बी नियमां दे विच रब जिन्हों भुला दे वो जमदा मरदा है, उहदे नियमां दे अधीन रह के।
ਜਿਹੜਾ ਸੂਰਜ ਵੱਲ ਪਿੱਠ ਕਰ ਲੈਂਦਾ ਹੈ, ਸੂਰਜ ਨੂੰ ਰੋਸ਼ਨੀ ਨਹੀਂ ਦਿੰਦਾ। ਇਹ ਨਹੀਂ ਕਿ ਸੂਰਜ ਦਾ ਦੋਸ਼ ਹੈ, ਉਹ ਤੇ ਦੇ ਹੀ ਰਿਹਾ ਸੀ, ਪਿੱਠ ਤੂੰ ਕਰਕੇ ਬੈਠਾ। ਰੋਜ਼ ਜੰਮਦਾ ਮਰਦਾ, ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਉਹ ਰੋਜ਼ ਹੀ ਜਿਸਨੇ ਭੁਲਾਏ ਆਪ ਮਰ ਮਰ ਜੰਮੈ ਨਿਤ, ਰੋਜ਼। ਹਾਂ, ਜਦੋਂ ਗੁਰੂ ਨੇ ਮੈਨੂੰ ਗਿਆਨ ਦਿੱਤਾ, ਸਤਿਗੁਰੂ ਕਿਆ ਜਨਮੈ ਗਵਨ ਮਿਟਾਇਆ, ਮੇਰੇ ਪਸ਼ੂਆਂ ਵਾਲੇ ਜਦੋਂ ਗਵਨ ਮੁੱਕ ਜਾਂਦੇ ਨੇ, ਉਦੋਂ ਫਿਰ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਰਤਾ ਨਿਰਮਾਣਤਾ ਨਿਸ਼ਕਾਮਤਾ ਨੇਕ ਨੀਤੀ ਸੱਚਾਈ ਇਮਾਨਦਾਰੀ ਸੇਵਾ ਸਿਮਰਨ ਆਦਿ ਗੁਣ ਜਿਹੜੇ ਨੇ, ਇਹ ਸਾਰੇ ਮੇਰੀ ਜ਼ਿੰਦਗੀ 'ਚ ਆ ਜਾਂਦੇ ਨੇ। ਗੁਰੂ ਦਾ ਦਿੱਤਾ ਗਿਆਨ ਮੈਨੂੰ ਮਰਨ ਨਹੀਂ ਦਿੰਦਾ। ਗੁਰੂ ਦੇ ਦਿੱਤੇ, ਪ੍ਰਭੂ ਦੇ ਦਿੱਤੇ ਹੋਏ ਰੱਬੀ ਗੁਣ ਗੁਰੂ ਵੱਲੋਂ ਦਿੱਤੇ ਹੋਏ ਮੈਨੂੰ ਮਰਨ ਨਹੀਂ ਦਿੰਦੇ। ਇੱਕ ਬੂੰਦ, ਸਿਰਫ ਇੱਕ ਬੂੰਦ ਰੱਬ ਦੇ ਗਿਆਨ, ਗੁਰੂ ਦੇ ਗਿਆਨ ਦੀ, ਗੁਰੂ ਦੇ ਗਿਆਨ ਦੀ ਇੱਕ ਬੂੰਦ ਮੇਰੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਅਮਰ ਹੋ ਜਾਂਦਾ ਹੈ, ਮਰਦਾ ਹੀ ਨਹੀਂ ਹੈ। ਫਿਰ ਗੁਰੂ ਦਾ ਗਿਆਨ ਮੈਨੂੰ, ਮੇਰੀ ਜ਼ਮੀਰ ਨੂੰ ਮਰਨ ਨਹੀਂ ਦਿੰਦਾ। ਫਿਰ ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਦੀ ਨਿੰਦਾ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਬੇਈਮਾਨੀ ਨਹੀਂ ਕਰਦਾ। ਮੇਰੀ ਜ਼ਮੀਰ ਮਰਦੀ ਨਹੀਂ ਹੈ। ਮੈਨੂੰ ਹਰ ਪਲ ਰੱਬ ਯਾਦ ਰਹਿੰਦਾ ਹੈ, ਮੈਂ ਮਰਦਾ ਹੀ ਨਹੀਂ ਹਾਂ। ਉਹਦੀ ਯਾਦ ਵਿੱਚ ਜਿਉਂਦਾ ਹਾਂ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਮੈਂ ਵੀ ਅਕਾਲ ਦਾ ਰੂਪ ਹੋ ਜਾਣਾ। ਰੱਬ ਅਕਾਲ ਮੂਰਤ ਹੈ, ਮੇਰੀ ਹੋਂਦ ਉਹਦੇ ਵਿੱਚ ਸਮਾ ਜਾਂਦੀ ਹੈ। ਗੁਰੂ ਨੇ ਕਿਹਾ ਤੂੰ ਇੱਕ ਓਂਕਾਰ ਤੱਕ, ਰੱਬ ਤੱਕ ਪਹੁੰਚਣਾ ਹੈ। ਆ ਤੈਨੂੰ ਇੱਕ ਪੌੜੀ ਉੱਚਾ ਹੋਰ ਚੁੱਕਦੇ ਆ, ਪ੍ਰਭੂ ਹੈ ਨਿਰਵੈਰ। ਫਿਰ ਜੀ ਮੈਂ ਕੀ ਕਰਾਂ, ਹੋਏਗਾ ਰੱਬ ਨਿਰਵੈਰ। ਗੁਰੂ ਆਖਦਾ ਜੇ ਤੂੰ ਨਿਰਵੈਰ ਬਣਨਾ ਹੀ, ਰੱਬ ਵਰਗਾ ਬਣਨਾ ਹੀ, ਤੇ ਤੈਨੂੰ ਨਿਰਵੈਰ ਦਾ ਗੁਣ ਧਾਰਨਾ ਪੈਣਾ। ਮੈਨੂੰ ਨਿਰਵੈਰ ਰੱਬ ਦਾ ਰੂਪ ਹੋਣ ਵਾਸਤੇ ਸਾਰੇ ਵੈਰ ਵਿਰੋਧ ਤਿਆਗਣੇ ਪੈਣਗੇ। ਮੇਰਾ ਜੀਵਨ ਤੇ ਦੁਸ਼ਮਣੀਆਂ ਨਾਲ ਭਰਿਆ ਹੋਇਆ। ਕੁਝ ਰਿਸ਼ਤੇਦਾਰ ਮੇਰੇ ਦੁਸ਼ਮਣ ਨੇ, ਕੁਝ ਗਵਾਂਢੀ ਮੇਰੇ ਦੁਸ਼ਮਣ ਨੇ, ਕੁਝ ਮੇਰੀ ਜਾਤ ਬਰਾਦਰੀ ਤੋਂ ਜਿਹੜੇ ਵੱਖਰੇ ਨੇ ਉਹ ਮੇਰੇ ਦੁਸ਼ਮਣ ਨੇ, ਕੁਝ ਮੇਰੀ ਸੰਪਰਦਾ ਨਾਲੋਂ ਵੱਖਰੇ ਜਿਹੜੇ ਨੇ ਉਹ ਮੇਰੇ ਦੁਸ਼ਮਣ ਬਣੇ ਹੋਏ ਨੇ, ਕੁਝ ਮੇਰੇ ਇਲਾਕੇ ਨਾਲੋਂ, ਮੇਰੇ ਦੇਸ਼ ਨਾਲੋਂ ਵੱਖਰੇ ਨੇ ਉਹ ਮੇਰੇ ਦੁਸ਼ਮਣ ਨੇ। ਕਿੰਨੇ ਕੁ ਦੁਸ਼ਮਣ ਪੈਦਾ ਕੀਤੇ ਨੇ। ਰੰਗ ਦੇ ਆਧਾਰ ਤੇ ਮੇਰੇ ਦੁਸ਼ਮਣ ਨੇ, ਨਸਲ ਦੇ ਆਧਾਰ ਤੇ ਦੁਸ਼ਮਣ ਨੇ, ਮਜ਼ਹਬ ਦੇ ਆਧਾਰ ਤੇ ਦੁਸ਼ਮਣ ਨੇ, ਭਾਸ਼ਾ ਦੇ ਆਧਾਰ ਤੇ ਦੁਸ਼ਮਣ ਨੇ। ਕਿਸੇ ਨਾ ਕਿਸੇ ਰੂਪ ਚ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਨੂੰ ਵਿਰੋਧੀ ਮੰਨਿਆ ਹੋਇਆ। ਮੈਂ ਨਿਰਵੈਰ ਕਿਵੇਂ ਹੋਵਾਂ? ਜੇ ਮੈਂ ਰੱਬ ਵਰਗਾ ਬਣਨਾ ਹੈ, ਉਹਦੀ ਜਿਹੜੀ ਕਾਇਨਾਤ ਹੈ, ਕਈ ਰੰਗਾਂ ਦੀ, ਕਈ ਭਾਂਤਾਂ ਦੀ, ਕਈ ਕਿਸਮਾਂ ਦੀ, ਉਹਨਾਂ ਸਾਰਿਆਂ ਅਨੇਕਤਾ ਦੇ ਵਿੱਚੋਂ ਮੈਨੂੰ ਇੱਕ ਨੂੰ ਪਛਾਣਨਾ ਪਏਗਾ, ਤਾਂ ਹੀ ਮੈਂ ਨਿਰਵੈਰ ਹੋ ਸਕਾਂਗਾ। ਤੇ ਗੁਰੂ ਨੇ ਉਸ ਚੀਜ਼ ਦੇ ਲਈ ਪ੍ਰੈਕਟੀਕਲ ਰੂਪ ਦਿੱਤਾ ਮੈਨੂੰ। ਉਹ ਕਿਹੜਾ? ਗੁਰੂ ਆਖਦੇ ਨਿਰਵੈਰਤਾ ਦੂਰ ਕਰਨੀ ਸਾਧ ਸੰਗਤ ਵਿੱਚ ਆ ਜਾ ਕਰ। ਪੁੱਛਿਆ ਸਾਧ ਸੰਗਤ ਚਾਹਣ ਨਾਲ ਕੀ ਹੋਏਗਾ? ਕਹਿਣ ਲੱਗੇ ਸੰਗਤ ਚਾਹੇਗਾ ਨਾ, ਜਦੋਂ ਕੜਾਹ ਪ੍ਰਸ਼ਾਦ ਵਰਤਾਣਾ ਪਏਗਾ, ਉਦੋਂ ਮਨ ਇਹ ਨਹੀਂ ਕਹੇਗਾ ਵੀ ਇਹ ਦੁਸ਼ਮਣੇ ਨੂੰ ਪ੍ਰਸ਼ਾਦ ਨਹੀਂ ਦੇਣਾ, ਸਭ ਨੂੰ ਬਰਾਬਰ ਪ੍ਰਸ਼ਾਦ ਦੇਗਾ। ਜਦੋਂ ਗੁਰਦੁਆਰੇ ਦਾਖਲ ਹੋਏਗਾ, ਜਿਹੜਾ ਸਾਹਮਣੇ ਆਏਗਾ ਹਰ ਇੱਕ ਨੂੰ ਹੱਥ ਜੋੜ ਕੇ ਸਤਿਕਾਰ ਦੇਣਾ ਪਏਗਾ। ਮੱਥਾ ਟੇਕਣ ਤੋਂ ਬਾਅਦ ਬੀਬੀਆਂ ਵਾਲੇ ਪਾਸੇ, ਬੰਦਿਆਂ ਵਾਲੇ ਪਾਸੇ ਹੱਥ ਜੋੜ ਕੇ ਮਨ ਚ ਨਮਸਕਾਰ ਫਤਿਹ ਬੁਲਾਣੀ ਪਏਗੀ। ਤੂੰ ਇਹ ਨਹੀਂ ਕਹਿ ਸਕਦਾ ਇੱਥੇ ਮੇਰਾ ਦੁਸ਼ਮਣ ਬੈਠਾ, ਇੱਥੇ ਨਹੀਂ। ਕੜਾਹ ਪ੍ਰਸ਼ਾਦ ਵਰਤਾਂਦਿਆਂ ਤੂੰ ਵਿਤਕਰਾ ਨਹੀਂ ਕਰ ਸਕਦਾ। ਲੰਗਰ ਵਰਤਾਂਦਿਆਂ ਇਹ ਨਹੀਂ ਕਹੇਗਾ ਵੀ ਇਹ ਪੰਗਤ ਵਿੱਚ ਮੇਰਾ ਦੁਸ਼ਮਣ ਬੈਠਾ ਹੈ, ਇਹਨੂੰ ਮੈਂ ਪ੍ਰਸ਼ਾਦਾ ਨਹੀਂ ਦੇਣਾ। ਇਸ ਪੰਗਤ ਵਿੱਚ ਮੇਰਾ ਆ ਵੈਰੀ ਬੈਠਾ, ਇਹਨੂੰ ਮੈਂ ਦਾਲ ਸਬਜ਼ੀ ਨਹੀਂ ਪਾਣੀ। ਨਹੀਂ, ਰੱਬ ਰੂਪ ਜਾਣ ਕੇ ਉਹਦੀ ਸੇਵਾ ਕਰਨੀ ਪਏਗੀ। ਇੱਥੋਂ ਸਿੱਖਣਾ ਪਏਗਾ ਤੈਨੂੰ। ਜੋੜੇ ਝਾੜਨ ਲੱਗਿਆ ਇਹ ਨਹੀਂ ਤੂੰ ਕਹਿ ਸਕਦਾ ਕਿ ਮੈਂ ਆਪਣੇ ਦੁਸ਼ਮਣ ਦੇ ਜੋੜੇ ਕਿਉਂ ਸਾਫ਼ ਕਰਾਂ, ਇਹ ਨੀਚ ਬੰਦੇ ਦੇ ਜੋੜੇ ਮੈਂ ਕਿਉਂ ਸਾਫ਼ ਕਰਾਂ। ਨਹੀਂ ਨਹੀਂ, ਸਾਧ ਸੰਗਤ ਵਿੱਚ ਆ ਕੇ, ਪੰਗਤ ਸੰਗਤ ਵਿੱਚ ਬੈਠ ਕੇ, ਬਾਣੀ ਸੁਣ ਕੇ, ਸੇਵਾ ਕਰਕੇ ਨਫ਼ਰਤ ਮੁੱਕ ਜਾਏਗੀ, ਈਰਖਾ ਮੁੱਕ ਜਾਏਗੀ, ਸਾੜਾ ਮੁੱਕ ਜਾਏਗਾ, ਵੈਰ ਵਿਰੋਧ ਖਤਮ ਹੋ ਜਾਣਗੇ। ਮਨ ਨਿਰਵੈਰ ਹੋ ਕੇ ਗਾ ਉੱਠੇਗਾ। ਕੀ ਗਾਏਗਾ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬਿਗਾਨਾ, ਸਗਲ ਸੰਗ ਹਮਕੋ ਬਨਾਈ। ਹੁਣ ਮੇਰਾ ਕੋਈ ਦੁਸ਼ਮਣ ਨਹੀਂ ਹੈ। ਜਾਤ ਪਾਤ, ਨਸਲਵਾਦ, ਇਲਾਕਾਵਾਦ, ਰੰਗ ਭੇਦ ਦੇ ਸਾਰੇ ਵਿਤਕਰੇ ਖਤਮ ਹੋ ਗਏ। ਹੁਣ ਸਾਰਿਆਂ ਨੂੰ ਮੈਂ ਮਿੱਤਰ ਸਮਝਦਾ, ਸਾਰੇ ਮੇਰੇ ਮਿੱਤਰ ਹੋ ਗਏ ਨੇ। ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ। ਮੈਨੂੰ ਗੁਰੂ ਤੋਂ ਸਮਝ ਪੈ ਗਈ, ਸਾਰੇ ਪਾਸੇ ਬ੍ਰਹਮ ਦਾ ਪਸਾਰਾ ਨਜ਼ਰ ਆ ਗਿਆ। ਤੇ ਦੁਸ਼ਮਣ ਕੌਣ ਹੋਇਆ? ਜਿਹੜਾ ਦੁੱਖ ਸੀ ਨਾ, ਸੋ ਪ੍ਰਭ ਚੇਤਨਾ ਆਵੇ, ਕਿਤੜਾ ਦੁੱਖ ਗਣਾ,
ਹੁਣ ਉਹ ਚੇਤੇ ਆ ਗਿਆ, ਹੁਣ ਭੁੱਲਦਾ ਨਹੀਂ ਹੈ। ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋਝੀ ਪਾਈ। ਹੁਣ ਅਵਸਥਾ ਬਣ ਗਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕਿਉ ਮੇਰੇ ਰਾਜਨ। ਭਾਈ ਕਨਈਆ ਵਾਲੀ ਅਵਸਥਾ ਆ ਗਈ, ਭਗਤ ਪੂਰਨ ਸਿੰਘ ਵਾਲੀ ਅਵਸਥਾ ਆ ਗਈ, ਸਾਰਿਆਂ ਚ ਰੱਬ ਦਿਸਣ ਲੱਗ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਨਿਰਵੈਰ ਕੇਵਲ ਜਪਿਆ ਨਹੀਂ, ਬਣ ਗਿਆ, ਰੱਬ ਦਾ ਗੁਣ ਧਾਰਨ ਕਰ ਲਿਆ। ਗੁਰੂ ਨੇ ਕਿਹਾ ਆ ਤੈਨੂੰ ਇੱਕ ਪੌੜੀ ਹੋਰ ਉੱਚਾ ਚੁੱਕ ਲਿਆ। ਪ੍ਰਭੂ ਹੈ ਨਿਰਭਉ, ਉਹਨੂੰ ਕਿਸੇ ਤੋਂ ਡਰ ਨਹੀਂ। ਮੈਂ ਕਹਿੰਦਾ ਗੁਰੂ ਜੀ ਜੇ ਰੱਬ ਨਿਰਭਉ ਤੇ ਮੈਨੂੰ ਕੀ ਸਿੱਖਿਆ ਮਿਲੀ? ਮੈਂ ਤੇ ਡਰਦਾ ਵਾਂ, ਬਾਹਰਲੇ ਦੁਸ਼ਮਣਾਂ ਤੋਂ ਵੀ ਡਰਦਾ ਵਾਂ, ਅੰਦਰੋਂ ਵਿਕਾਰਾਂ ਤੋਂ ਵੀ ਡਰੀ ਜਾਣਾ, ਤੇ ਵਹਿਮਾਂ ਭਰਮਾਂ ਪਖੰਡਾਂ ਤੋਂ ਵੀ ਡਰੀ ਜਾਣਾ। ਰਾਹੂ ਕੇਤੂ ਤੋਂ ਵੀ ਡਰਦਾ, ਸ਼ਨੀ ਤੋਂ ਵੀ ਡਰਦਾ, ਜੋਤਸ਼ੀਆਂ ਤਾਂਤਰਿਕਾਂ ਤੋਂ ਡਰਦਾ, ਜੰਤਰਾਂ ਮੰਤਰਾਂ ਤੋਂ ਡਰਦਾ ਵਾਂ। ਬਾਹਰਲੇ ਲੋਕ ਵੈਸੇ ਡਰਾਈ ਜਾਂਦੇ ਨੇ। ਯਾਦ ਰੱਖਿਓ, ਇਸ ਸਮਾਜ ਵਿੱਚ ਜਿਨ੍ਹਾਂ ਨੇ ਡਰਾਇਆ ਉਹਨਾਂ ਜ਼ੁਲਮ ਕੀਤਾ, ਜਿਹੜੇ ਡਰੇ ਉਹਨਾਂ ਜ਼ੁਲਮ ਸਹਾਰਿਆ। ਔਰੰਗਜ਼ੇਬ ਨੇ ਡਰਾਇਆ, ਉਹਨੇ ਜ਼ੁਲਮ ਕੀਤਾ। ਭਾਰਤ ਦੇ ਲੋਕ ਡਰੇ, ਉਹਨਾਂ ਨੇ ਜ਼ੁਲਮ ਸਹਾਰਿਆ, ਆਪਣੀਆਂ ਬਹੁ ਬੇਟੀਆਂ ਦੀ ਇੱਜ਼ਤ ਵੀ ਨਹੀਂ ਬਚਾਈ, ਬਲਕਿ ਉਹਨਾਂ ਦੇ ਜ਼ਾਲਮਾਂ ਦੇ ਹਵਾਲੇ ਕਰ ਦਿੱਤੀਆਂ। ਤੇ ਮੇਰੇ ਗੁਰੂ ਨੇ ਸਿੱਖਿਆ ਦਿੱਤੀ, ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਪੈ ਬਖਾਨ। ਗੁਰੂ ਨੇ ਕਿਹਾ ਤੂੰ ਨਿਰਭਉ ਜਾਪਣ ਲੱਗ ਜਾ। ਨਿਰਭਉ ਕੇਵਲ ਕਹੀ ਨਾ, ਨਿਰਭਉ ਜਪੈ ਸਗਲ ਭਉ ਮਿਟੈ। ਜਿਸ ਦਿਨ ਨਿਰਭਉ ਜਾਪਣ ਲੱਗ ਜਾਏਗਾ, ਡਰ ਮੁੱਕ ਜਾਣਗੇ। ਸਮਝ ਲਈ, ਜਿਸ ਦਿਨ ਨਿਰਭਉ ਹੋ ਗਿਆ, ਭਉ ਮਿਟ ਗਏ, ਨਿਰਭਉ ਜਪ ਲਿਆ ਤੂੰ, ਆਇਆ ਨਿਰਭਉ ਜਪਣਾ। ਜਿਸ ਦਿਨ ਨਿਰਭਉ ਵਰਗਾ ਹੋ ਗਿਆ, ਅਸਲ ਵਿੱਚ ਗੁਣਾ ਦਾ ਜਾਪ ਗੁਣਾ ਵਰਗਾ ਹੋਣ ਦਾ ਜਾਪ ਹੈ। ਭਾਈ ਗੁਰਦਾਸ ਜੀ ਨੇ ਬਹੁਤ ਪਿਆਰਾ ਕਵਿਤ ਕਿਹਾ, ਜਦੋਂ ਮੈਂ ਚਿੰਤਾਵਾਂ ਨੂੰ ਚਿਤਵਿਆ ਮੇਰੀ ਚਿੰਤਾ ਮੁੱਕ ਗਈ, ਮੈਂ ਅਜੋਨੀ ਨੂੰ ਜਪਿਆ ਮੇਰੇ ਜੋਨਾਂ ਦੇ ਸੰਕਟ ਮੁੱਕ ਗਏ। ਕਾਲ ਮੁੱਕ ਗਏ ਜਦੋਂ ਮੈਂ ਅਕਾਲ ਨਾਲ ਸਾਂਝ ਪਾਈ, ਮੇਰੇ ਡਰ ਮੁੱਕ ਗਏ ਜਦੋਂ ਮੈਂ ਨਿਰਭੈ ਨਾਲ ਜੁੜਿਆ। ਚਿੰਤਾ ਮਨ ਚਿਤਵਤ ਚਿੰਤਾ ਚਿਤ ਤੇ ਚੁਰਾਈ, ਅਜੋਨੀ ਅਰਾਧੇ ਜੋਨ ਸੰਕਟ ਕਟਾਏ ਹੈ, ਜਪਤ ਅਕਾਲ ਕਾਲ ਕੰਟਕ ਕਲੇਸ਼ ਨਾਸੇ, ਨਿਰਭੈ ਭਜਨ ਭ੍ਰਮ ਭੈ ਦਲ ਪਜਾਏ ਹੈ, ਸਿਮਰਤ ਨਾਥ ਨਿਰਵੈਰ ਬੈਰ ਭਾਉ ਤਿਆਗਿਓ, ਭਾਗਿਓ ਖੇਦ ਭੇਦ ਨਿਰਭੇਦ ਗੁਣ ਗਾਏ ਹੈ, ਅਕੁਲ ਅੰਚਲ ਗਏ ਕੁਲ ਨਾ ਵਿਚਾਰੇ ਕੋ, ਅਟਲ ਸ਼ਰਨ ਆਵਾਗਮਨ ਮਿਟਾਏ। ਜਿਹੜਾ ਜਿਹੜਾ ਗੁਣ ਮੈਂ ਜਪਿਆ, ਮੈਨੂੰ ਧਾਰਨ ਕਰਦਾ ਚਲਾ ਗਿਆ ਜ਼ਿੰਦਗੀ ਚ। ਰੱਬ ਗਵਾਚਾ ਨਹੀਂ ਹੈ, ਰੱਬ ਦੇ ਗੁਣ ਗਵਾਚੇ ਨੇ। ਤੇ ਰੱਬ ਦੇ ਗੁਣ ਕਿਤੇ ਬਾਹਰ ਨਹੀਂ ਗਵਾਚੇ, ਸਾਡੇ ਅੰਦਰ ਗਵਾਚੇ ਹੋਏ ਨੇ। ਦਇਆ ਦਾ ਗੁਣ ਗਵਾਚ ਗਿਆ ਸਾਡੇ ਅੰਦਰ, ਸਾਨੂੰ ਪਤਾ ਨਹੀਂ ਲੱਗ ਰਿਹਾ, ਹੈ ਸਾਡੇ ਅੰਦਰ ਹੀ, ਸਾਡੇ ਤੋਂ ਗਵਾਚ ਗਿਆ। ਨਿਰਭਉ ਸਾਡੇ ਅੰਦਰ ਹੀ ਬੈਠਾ ਹੈ, ਪਰ ਸਾਡੇ ਕੋਲ ਗਵਾਚ ਗਿਆ ਨਿਰਭਉ। ਉਹਨੂੰ ਲੱਭਣਾ ਹੈ, ਉਹਨੂੰ ਖੋਜਣਾ ਹੈ, ਉਹਨੂੰ ਅੰਦਰੋਂ ਖੋਜਣਾ ਹੈ। ਪ੍ਰੇਮ ਦਾ ਗੁਣ ਸਾਡੇ ਅੰਦਰ ਹੀ, ਪਰ ਸਾਡੇ ਕੋਲ ਗਵਾਚ ਗਿਆ, ਉਹਨੂੰ ਪ੍ਰਗਟ ਕਰਨਾ ਹੈ। ਕੋਈ ਨਹੀਂ ਕਹਿ ਸਕਦਾ ਕਿ ਮੇਰੀ ਜ਼ਿੰਦਗੀ 'ਚ ਪ੍ਰੇਮ ਨਹੀਂ ਹੈ ਜੀ। ਪ੍ਰੇਮ ਹੈ, ਮੈਂ ਇਹਦੀ ਵਰਤੋਂ ਨਹੀਂ ਕਰ ਰਿਹਾ। ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਨਿਰਭੈਤਾ ਦਾ ਗੁਣ ਨਹੀਂ ਹੈ, ਮੈਂ ਇਹਦੀ ਵਰਤੋਂ ਨਹੀਂ ਕਰ ਰਿਹਾ। ਕੋਈ ਨਹੀਂ ਕਹਿ ਸਕਦਾ ਮੇਰੇ ਅੰਦਰ ਜੀ ਦਇਆ ਨਹੀਂ, ਕਿਸੇ ਗਰੀਬ ਨੂੰ ਦੇਖ ਕੇ ਮੇਰਾ ਮਨ ਤਰਸ ਨਹੀਂ ਖਾਂਦਾ, ਮੇਰਾ ਮਨ ਪਿਘਲਦਾ ਨਹੀਂ। ਕੋਈ ਨਹੀਂ ਕਹਿ ਸਕਦਾ ਦਇਆ ਦਾ ਗੁਣ ਹੈ, ਮੈਂ ਇਹਦੀ ਵਰਤੋਂ ਨਹੀਂ ਕਰ ਰਿਹਾ। ਰੱਬ ਸਾਡੇ ਅੰਦਰ ਹੀ ਗਵਾਚਿਆ ਹੈ, ਸਾਰੇ ਗੁਣ ਅੰਦਰ ਹੀ ਨੇ, ਅਸੀਂ ਇਹਦੀ ਵਰਤੋਂ ਨਹੀਂ ਕਰ ਰਹੇ। ਭਗਤ ਕੌਣ ਹੈ? ਜਿਹੜਾ ਇਹਨਾਂ ਗੁਣਾਂ ਦੀ ਵਰਤੋਂ ਕਰਨ ਲੱਗ ਜਾਂਦਾ ਹੈ। ਗੁਣ ਨਿਧਾਨ ਭਗਤਨ ਕੋ ਵਰਤਨ, ਬਿਰਲਾ ਪਾਵੇ ਕੋਈ। ਭਗਤਾਂ ਦੀ ਵਰਤੋਂ ਵਿਹਾਰ ਵਿੱਚ ਨਹੀਂ ਹੈ ਗੁਣ, ਉਹ ਵਰਤਦੇ ਨੇ ਉਹਨਾਂ ਗੁਣਾਂ ਨੂੰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਖੋਜ ਆਪਣੇ ਅੰਦਰੋਂ, ਨਿਰਵੈਰ ਤੇਰੇ ਅੰਦਰ ਗਵਾਚਾ ਬੈਠਾ ਹੈ, ਉਹ ਬੱਚੇ ਦੀ ਤਰ੍ਹਾਂ ਅੰਦਰ ਲੁਕਿਆ ਹੋਇਆ ਹੈ। ਨਿਰਭਉ ਬੱਚੇ ਦੀ ਤਰ੍ਹਾਂ ਹੈ ਅੰਦਰ, ਉਹਨੂੰ ਪ੍ਰਗਟ ਕਰ। ਜਿਵੇਂ ਬੱਚਾ ਨਿਰਵੈਰ ਹੁੰਦਾ, ਨਿਰਭਉ ਹੁੰਦਾ, ਬੱਚਾ ਸੱਚਾ ਹੁੰਦਾ, ਉਹ ਤੇਰੇ ਅੰਦਰ ਹੈ, ਉਹਨੂੰ ਪ੍ਰਗਟ ਕਰ। ਰੱਬ ਗਵਾਚਾ ਨਹੀਂ, ਅੰਦਰ ਹੀ ਹੈ, ਸਿਰਫ ਪ੍ਰਗਟ ਕਰਨਾ ਹੈ। ਗੁਰੂ ਆਖਦਾ ਤੂੰ ਨਿਰਭਉ ਹੋ ਜਾ, ਦੁਨੀਆ ਦਾ ਕੋਈ ਡਰ ਤੈਨੂੰ ਡਰਾ ਨਾ ਸਕੇ। ਗੁਰੂ ਨੇ ਮੈਨੂੰ ਗਿਆਨ ਦੇ ਦਿੱਤਾ, ਇਹੀ ਗੁਰੂ ਦੀ ਕਿਰਪਾ ਹੈ, ਗੁਰੂ ਦਾ ਗਿਆਨ।
भाई मत कोई जानो, किसी क्या कुछ हाथ है, सब करे कराया, जरा मरा ताप सिरत साप, सब हर कै वस है, कोई लाग न सके बिना हर का लाया। निरभौ बनदा मैं की करदा, मैं निरभौ कहंदा हां एक ओंकार सतनाम करता पुरख निरभौ, मैं क्या ते निरभौ, पर मैं निरभौ बनया नहीं। सिख ने पाठ किया निरभौ, निरभौ कह के घरों बाहर निकलिया, 5 मिनट च वापस आ गया। घर दी ने पूछ लिया सरदार जी की गल वापस आ गए, वो कहना की दसा बिल्ली रस्ता कट गई। पढ़ना निरभौ है, डरदा बिल्ली तो है। शाम ਨੂੰ ਰਹਿਰਸ ਦਾ ਪਾਠ ਉਹਨੇ ਕੀਤਾ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ, ਤਿਨ ਕਾ ਭਉ ਸਭ ਗਵਾਸੀ। 5 ਮਿੰਟ ਚ ਘਰੋਂ ਬਾਹਰ ਨਿਕਲਿਆ, 5 ਮਿੰਟ ਚ ਵਾਪਸ ਆ ਗਿਆ। ਸਰਦਾਰਨੀ ਨੇ ਫਿਰ ਪੁੱਛ ਲਿਆ ਸਰਦਾਰ ਜੀ ਹੁਣ ਫਿਰ ਵਾਪਸ ਆ ਗਏ, ਕਹਿੰਦਾ ਲਗਾ ਕੀ ਦੱਸਾਂ ਕਿਸੇ ਨੇ ਛਿੱਕ ਮਾਰ ਦਿੱਤੀ, ਕੰਮ ਨਹੀਂ ਬਣਨਾ। ਪੜਦਾ ਨਿਰਭਉ ਹੈ, ਡਰਦਾ ਛਿੱਕਾਂ ਤੋਂ ਹੈ, ਛਿੱਕ ਮਾਰ ਦਿੱਤੀ ਜੀ ਕੰਮ ਨਹੀਂ ਬਣਨਾ, 2 ਛਿੱਕਾਂ ਮਾਰ ਦਿੱਤੀਆਂ ਜੀ ਕੰਮ ਬਣ ਜਾਣਾ, 3 ਛਿੱਕਾਂ ਮਾਰ ਦਿੱਤੀਆਂ ਜੀ ਕੋਈ ਯਾਦ ਕਰਦਾ, 4 ਛਿੱਕਾਂ ਮਾਰ ਦਿੱਤੇ ਤੂੰ ਡਾਕਟਰ ਕੋਲ ਜਾ, ਤੈਨੂੰ ਜ਼ੁਕਾਮ ਹੋਇਆ। ਛਿੱਕ ਦਾ ਮਾੜੀ ਚੰਗੀ ਘਟਨਾ ਨਾਲ ਉਹਨਾਂ ਕੁ ਸੰਬੰਧ ਹੈ ਜਿੰਨਾ ਅਨਪੜ੍ਹ ਦਾ ਸਾਇੰਸ ਨਾਲ ਹੁੰਦਾ, ਇਦੋਂ ਜ਼ਿਆਦਾ ਨਹੀਂ। ਸਾਡੀ ਬੋਡੀ ਦਾ ਡਿਫੈਂਸ ਰਿਐਕਸ਼ਨ ਹੈ, ਛਿੱਕ ਤੇ ਬੜੀ ਚੰਗੀ ਚੀਜ਼ ਹੈ। ਸਾਡੀ ਸਾਹ ਨਾਲੀ ਚ ਧੂੜ ਕਣ ਚਲਾ ਜਾਏ, ਸਾਹ ਔਖਾ ਆਏ, ਕੁਦਰਤ ਨੇ ਇੱਕ ਨਿਯਮ ਪੈਦਾ ਕੀਤਾ, ਤੇਜ਼ ਹਵਾ ਨਿਕਲਦੀ ਹੈ ਜਿਹੜੀ ਇਸ ਧੂੜ ਕਣ ਮਿੱਟੀ ਨੂੰ ਸਾਡੀ ਸਾਹ ਨਾਲੀ ਚੋਂ ਬਾਹਰ ਕੱਢ ਦਿੰਦੀ ਹੈ, ਸਾਨੂੰ ਸਾਹ ਸੌਖਾ ਆਉਣ ਲੱਗ ਜਾਂਦਾ ਹੈ। ਇਹ ਤੇ ਸਾਡੀ ਬੋਡੀ ਦਾ ਡਿਫੈਂਸ ਰਿਐਕਸ਼ਨ ਹੈ। ਤੇ ਡਰਦਾ ਛਿੱਕਾਂ ਤੋਂ ਹੈ, ਡਰਦਾ ਬਿੱਲੀਆਂ ਤੋਂ ਹੈ, ਡਰਦਾ ਭੂਤਾਂ ਪ੍ਰੇਤਾਂ ਤੋਂ ਹੈ, ਡਰਦਾ ਗ੍ਰਹਿ ਨਛਤਰਾਂ ਤੋਂ ਹੈ। ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਗਿਆਨ ਦੇ ਦਿੱਤਾ। ਉਹ ਅਬਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ, ਇਹ ਡਰਨ ਕਹਾਂ ਤੇ ਆਇਆ। ਹੁਣ ਮੈਂ ਨਿਰਭਉ ਨਾਲ ਵਸਣ ਲੱਗ ਗਿਆ, ਮੈਂ ਨਿਰਭਉ ਦੀ ਪੌੜੀ ਚੜ ਗਿਆ, ਇਹ ਡਰ ਮੇਰਾ ਕੁਛ ਵਿਗਾੜ ਹੀ ਨਹੀਂ ਸਕਦਾ। ਗੁਰੂ ਨੇ ਨਿਰਭਉ ਬਣਾ ਦਿੱਤਾ, ਨਿਰਭਉ ਜਪੈ ਸਗਲ ਭਉ ਮਿਟੈ। ਗੁਰੂ ਨੇ ਕਹਿ ਦਿੱਤਾ ਆਤ ਨੂੰ ਇੱਕ ਪੌੜੀ ਹੁਣ ਹੋਰ ਉੱਚਾ ਚੜਾ ਦਿਆ। ਇੱਕ ਓਂਕਾਰ ਚ ਅਪੇਧ ਹੋਣਾ ਨਾ, ਰੱਬ ਨੂੰ ਮਿਲਣਾ। ਰੱਬ ਹੈ ਕਰਤਾ ਪੁਰਖ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਸਮਾਇਆ ਹੋਇਆ। ਰੱਬ ਕੁੱਲ ਕਾਇਨਾਤ ਦਾ ਕਰਤਾ ਹੈ। ਮੈਂ ਕਹਿੰਦਾ ਰੱਬ ਕਰਤਾ ਹੈ ਤੇ ਫਿਰ ਮੈਂ ਕੀ ਕਰਾਂ, ਮੈਂ ਤੇ ਕਰਤਾ ਨਹੀਂ ਹੋ ਸਕਦਾ ਨਾ। ਗੁਰੂ ਆਖਦਾ ਕਿਉਂ ਨਹੀਂ ਕਰਤਾ ਹੋ ਸਕਦਾ, ਤੂੰ ਵੀ ਕੁਛ ਕਰ। ਬਲਬ ਜਲ ਰਿਹਾ ਉੱਪਰ, ਥਾਮਸ ਅਲਵਾ ਐਡੀਸਨ ਨੇ ਬਲਬ ਬਣਾਇਆ, ਉਹਨੇ ਸਾਡੇ ਰਾਤਾਂ ਦੇ ਹਨੇਰੇ ਦੂਰ ਕਰ ਦਿੱਤੇ, ਉਹ ਕਰਤਾ ਹੋ ਗਿਆ ਨਾ। ਜਿਨੇ ਆ ਕੈਮਰਾ ਬਣਾਇਆ ਉਹ ਕਰਤਾ ਵੈ, ਮੇਰੀ ਤਸਵੀਰ ਦੂਰ ਤੱਕ ਜਾ ਰਹੀ ਹੈ। ਜਿਨੇ ਫੋਨ ਬਣਾਇਆ ਕਰਤਾ ਹੈ, ਮੇਰੀ ਆਵਾਜ਼ ਦੂਰ ਤੱਕ ਜਾਂਦੀ ਹੈ। ਜਿਨੇ ਟੇਬਲ ਬਣਾਇਆ ਉਹ ਕਰਤਾ ਹੈ, ਮੈਂ ਆਪਣੀ ਚੀਜ਼ਾਂ ਟਿਕਾ ਕੇ ਰੱਖ ਸਕਦਾ। ਜਿੰਨੇ ਕੱਪੜੇ ਬਣਾਏ ਨੇ, ਮੈਂ ਸਰਦੀ ਗਰਮੀ ਤੋਂ ਬਚ ਜਾਣਾ ਪਾ ਲੈਣਾ, ਉਹ ਕਰਤਾ ਹੈ। ਕੁਝ ਕਰਕੇ ਗਏ ਨੇ। ਯਾਦ ਰੱਖਿਓ, ਅਸੀਂ ਸਾਇੰਸ ਨੂੰ ਭੰਡਣ ਲੱਗਿਆ ਮਿੰਟ ਨਹੀਂ ਲਾਉਂਦੇ। ਸਾਇੰਸਦਾਨਾਂ ਨੂੰ, ਸਾਇੰਟਿਸਟਾਂ ਨੂੰ ਭੰਡਣ ਲੱਗਿਆ ਮਿੰਟ ਨਹੀਂ ਲਾਉਂਦੇ। ਤੁਸੀਂ ਇਹ ਦੱਸੋ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਕਿਸੇ ਸਾਧ ਸੰਤ ਨੇ, ਕਿਸੇ ਪੀਰ ਫਕੀਰ ਨੇ ਕੋਈ ਖੋਜ ਕੀਤੀ ਹੋਵੇ ਜਿਹੜੀ ਤੁਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਤੱਕ ਵਰਤਦੇ ਹੋ ਉਸ ਚੀਜ਼ ਨੂੰ, ਉਸ ਚੀਜ਼ ਦਾ ਨਾਂ ਦੱਸੋ, ਕਿਹੜੀ ਖੋਜ ਕੀਤੀ ਉਹਨਾਂ ਨੇ? ਕਿਸੇ ਬੁਰਸ਼ ਦੀ ਖੋਜ ਕੀਤੀ ਹੋਵੇ ਜਿਹੜੇ ਤੁਸੀਂ ਰੋਜ਼ ਵਰਤਦੇ ਹੋ, ਕਿਸੇ ਪੇਸਟ ਦੀ ਖੋਜ ਕੀਤੀ ਹੋਵੇ ਤੁਸੀਂ ਰੋਜ਼ ਵਰਤਦੇ ਹੋ। ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਸੌਣ ਤੱਕ ਕੋਈ ਚੀਜ਼ ਦੀ ਖੋਜ ਕੀਤੀ, ਕੋਈ ਮਨੁੱਖਤਾ ਨੂੰ ਉਹਨਾਂ ਨੇ ਦੇਣ ਦਿੱਤੀ ਹੋਵੇ, ਉਹਨਾਂ ਸਾਧਾ ਸੰਤਾਂ ਜੋਗੀਆਂ ਨੇ, ਉਹਨਾਂ ਪੀਰਾਂ ਪੈਗੰਬਰਾਂ ਨੇ, ਜਿਹੜੀ ਤੁਸੀਂ ਰੋਜ਼ ਵਰਤਦੇ ਹੋ ਸਮਾਜ ਵਿੱਚ, ਸੰਸਾਰ ਵਿੱਚ, ਪਰਿਵਾਰ ਵਿੱਚ। ਇੱਕ ਕਾਰ ਦਾ ਵਾਈਪਰ ਵੀ ਬਣਾਇਆ ਹੋਵੇ ਜਿਹੜਾ ਸ਼ੀਸ਼ੇ ਨੂੰ ਸਾਫ਼ ਕਰ ਦੇਵੇ। ਤੇ ਦੂਜੇ ਪਾਸੇ ਸਾਇੰਸ ਦੀ ਕੋਈ ਚੀਜ਼ ਦੱਸੋ ਜਿਹੜੀ ਤੁਸੀਂ ਸਵੇਰ ਤੋਂ ਲੈ ਕੇ, ਉੱਠਣ ਤੋਂ ਲੈ ਕੇ ਸ਼ਾਮ ਤੱਕ ਵਰਤਦੇ ਹੋ, ਕੋਈ ਇੱਕ ਚੀਜ਼। ਤੁਸੀਂ ਕਹੋਗੇ ਹਜ਼ਾਰਾਂ ਨੇ ਉੱਤੇ। ਬ੍ਰਸ਼ ਹੈ, ਪੇਸਟ ਹੈ, ਸਾਬਣ ਹੈ, ਤੇਲ ਹੈ, ਸਾਡੇ ਭਾਂਡੇ ਨੇ, ਬਾਲਟੀਆਂ, ਖਾਣਾ, ਭੋਜਨ, ਟੇਬਲ, ਟੀਵੀ, ਮੋਬਾਈਲ ਫੋਨ, ਕਾਰਾਂ, ਸਾਡੀਆਂ ਆਫਿਸ ਦੀਆਂ ਫਾਈਲਾਂ, ਸਾਡੇ ਪੈਨ, ਸਾਡੇ ਕਾਗਜ਼, ਰਾਤ ਸੌਣ ਤੱਕ ਬੈੱਡ ਸ਼ੀਟ, ਚਾਦਰ, ਇਹ ਵੋ, ਕਿੰਨਾ ਕੁਛ ਹੈ। ਤੇ ਜਿਨ੍ਹਾਂ ਨੇ ਇੰਨਾ ਕੁਝ ਸਮਾਜ ਨੂੰ ਦਿੱਤਾ, ਸਮਾਜ ਦੀ ਸੇਵਾ ਕੀਤੀ, ਉਹਨਾਂ ਨੂੰ ਅਸੀਂ ਭੰਡਦੇ ਹਾਂ। ਉਹ ਕਰਤਾ ਨੇ ਕੁਝ ਕਰਕੇ ਗਏ। ਚੜਾਵਾ ਅੱਜ ਵੀ ਗੁਰਦੁਆਰਿਆਂ 'ਚ ਚੜ੍ਹਦਾ ਹੈ, ਪਰ ਅੱਜ ਉਸ ਚੜਾਵੇ ਨਾਲ ਸੰਗਮਰਮਰ ਪੱਥਰ ਲੱਗਦਾ ਹੈ। ਅਗਲੀ ਇੱਕ ਹੋਰ
ट्रेंड अगला शुरू हो गया, सोने दियां पालकियां, अगों फिर ट्रेंड शुरू हो जाएगा, हीरे मोतियां वालियां पालकियां। चढ़ावा गुरु ਸਾਹਿਬ ਦੇ ਜ਼ਮਾਨੇ ਵਿੱਚ ਚੜਦਾ ਸੀ, ਉਹ ਗੁਰੂ ਸਾਹਿਬ ਕਰਤਾ ਸਨ, ਉਹਨਾਂ ਨੇ ਸ਼ਹਿਰ ਵਸਾਏ, ਜਿਨ੍ਹਾਂ ਕੋਲ ਘਰ ਨਹੀਂ ਸੀ ਉਹਨਾਂ ਨੂੰ ਘਰ ਬਣਾ ਕੇ ਦਿੱਤੇ, ਜਿਨ੍ਹਾਂ ਕੋਲ ਕੰਮ ਨਹੀਂ ਸੀ, ਰੁਜ਼ਗਾਰ ਨਹੀਂ ਸੀ, ਉਹਨਾਂ ਨੂੰ ਦੁਕਾਨਾਂ ਖੋਲ ਕੇ ਦਿੱਤੀਆਂ, ਵਿੱਚ ਸਮਾਨ ਪਾ ਕੇ ਦਿੱਤਾ। ਜਿੱਥੇ ਪਾਣੀ ਨਹੀਂ ਸੀ ਤੇ ਖੂਹ ਲਵਾਏ, ਉੱਥੇ ਬੋਲੀਆਂ ਖੁਦਵਾਈਆਂ, ਹਲਟ ਲਵਾਏ। ਜਿੱਥੇ ਦਵਾ ਦਾਰੂ ਦਾ ਪ੍ਰਬੰਧ ਨਹੀਂ ਸੀ, ਦਵਾ ਖਾਨੇ ਖੁਲਵਾਏ। ਉੱਥੇ ਕਰਤਾ ਸਨ, ਕੁਝ ਕਰਕੇ ਗਏ ਉਸ ਚੜਾਵੇ ਦੇ ਨਾਲ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਪੁਰਖ ਵੀ ਨੇ, ਕਿਉਂਕਿ ਅੱਜ ਉਹਨਾਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਗੁਰੂ ਸਾਹਿਬ ਦੀ ਯਾਦ ਆ ਜਾਂਦੀ ਹੈ। ਉਹਨਾਂ ਚੀਜ਼ਾਂ ਵਿੱਚ ਗੁਰੂ ਸਮਾ ਗਿਆ ਹੈ। ਜਦ ਉਹ ਨਗਰ ਵਸਾਏ ਗੁਰੂ ਸਾਹਿਬਾਨਾਂ ਦੇ ਦੇਖਦੇ ਆ, ਉਹਨਾਂ ਨੂੰ ਦੇਖ ਕੇ ਸਾਨੂੰ ਗੁਰੂ ਯਾਦ ਆ ਜਾਂਦਾ ਹੈ। ਗੁਰੂ ਸਮਾ ਗਿਆ, ਪੁਰਖ ਹੋ ਗਿਆ ਆਪਣੀ ਕਿਰਤ ਦੇ ਵਿੱਚ, ਉਹ ਕਰਤਾ ਪੁਰਖ ਹੋ ਗਏ। ਇਹ ਸਿੱਖਾ ਰੱਬ ਵਰਗਾ ਬਣਨਾ, ਕਰਤਾ ਪੁਰਖ ਹੋ, ਕੁਝ ਕਰਕੇ ਜਾ ਸਮਾਜ ਦੇ ਲਈ। ਜੇ ਡਾਕਟਰ ਹੈ, ਕਿਸੇ ਦਾ ਮੁਫਤ ਇਲਾਜ ਕਰ ਦੇ। ਜੇ ਇੰਜੀਨੀਅਰ ਹੈ, ਕਿਸੇ ਨੂੰ ਮੁਫਤ ਘਰ ਵਿੱਚ ਘਰ ਬਣਾ ਦੇ। ਜੇ ਟੀਚਰ ਹੈ, ਕਿਸੇ ਨੂੰ ਮੁਫਤ ਗਿਆਨ ਦੇ ਦੇ। ਤੇ ਬੰਦਾ ਆਖਦਾ ਨਾ ਤੇ ਜੀ ਮੈਂ ਡਾਕਟਰ, ਨਾ ਇੰਜੀਨੀਅਰ ਆ, ਮੈਂ ਨਾ ਟੀਚਰ ਆ, ਮੈਂ ਕੀ ਕਰਾਂ, ਮੈਂ ਤੇ ਨਹੀਂ ਕਰਤਾ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਹੋਰ ਨਹੀਂ ਤੇ ਦੁਨੀਆ ਨੂੰ ਸੱਚ ਹੀ ਦੇ ਜਾ, ਹੋਰ ਨਹੀਂ ਤੇ ਇਮਾਨਦਾਰੀ ਦੇ ਜਾ, ਸੰਸਾਰ ਨੂੰ ਕੁਛ ਤੇ ਕਰਕੇ ਜਾ। ਨਿਮਰਤਾ ਦੇ ਦੋ ਮਿੱਠੇ ਬੋਲ ਦੇ ਦੇ, ਮੁਸਕਰਾਹਟ ਦੇ ਦੇ। ਕਿਸੇ ਦਾ ਦੁੱਖ ਇੱਕ ਖਿੰਨ ਦੇ ਲਈ ਉਹਨੂੰ ਭੁੱਲ ਜਾਏ, ਇੱਕ ਖਿੰਨ ਉਹਨੂੰ ਸ਼ਾਂਤੀ ਮਿਲ ਜਾਏ। ਕੁਛ ਤੇ ਕਰ। ਦੁਨੀਆ ਦਾ ਸਭ ਤੋਂ ਮੂਰਖਤਾਪੂਰਨ ਕੰਮ ਕਿਹੜਾ ਹੈ? ਦੁਨੀਆ ਦਾ ਸਭ ਤੋਂ ਬੇਵਕੂਫਾਨਾ ਜਿਹੜਾ ਕੰਮ ਹੈ, ਉਹ ਹੈ ਆਪਣਾ ਜਨਮਦਿਨ ਆਪ ਮਨਾਉਣਾ। ਕੋਈ ਦੂਜਾ ਜਨਮਦਿਨ ਮਨਾਏ ਸਮਝ ਆਉਂਦੀ ਹੈ। ਅਸੀਂ ਗੁਰੂ ਸਾਹਿਬਾਨਾਂ ਦੇ ਪੁਰਬ ਮਨਾਉਂਦੇ ਹਾਂ ਕਿਉਂਕਿ ਕੁਝ ਦੇ ਕੇ ਗਏ ਨੇ, ਸਮਾਜ ਨੂੰ ਕਰਕੇ ਗਏ ਨੇ। ਆਪਣਾ ਜਨਮਦਿਨ ਆਪ ਮਨਾਉਣਾ ਇਸ ਗੱਲ ਦਾ ਸਬੂਤ ਹੈ ਕਿ ਮੈਂ ਇਸ ਸਮਾਜ ਵਾਸਤੇ ਕੁਛ ਚੰਗਾ ਨਹੀਂ ਕਰਕੇ ਚੱਲਿਆ, ਲੋਕਾਂ ਨੇ ਯਾਦ ਨਹੀਂ ਕਰਨਾ, ਚਲੋ ਆਪਣਾ ਜਨਮਦਿਨ ਆਪ ਹੀ ਬਣਾ ਲਓ। ਤੋ ਕੰਮ ਸੀ ਕਿ ਰਾਣੀ ਇੱਕ ਮਿੰਟ ਹਾਂਜੀ ਹਾਂਜੀ, ਉਹ ਵਾਈਫਾਈ ਡਿਸਕਨੈਕਟ ਹੋ ਗਿਆ ਸੀ। ਮੈਂ ਵਿਚਾਰ ਕਰ ਰਿਹਾ ਸੀ ਕਿ ਰਾਣੀ ਮਹਿਲਾਂ 'ਚ ਖੜੀ ਹੋਈ ਔਰ ਮਹਿਲਾਂ ਦੀ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਤੇ ਬਾਹਰ ਕਿਸੇ ਦੀ ਅਰਥੀ ਜਾ ਰਹੀ ਸੀ। ਹਜ਼ਾਰਾਂ ਲੋਕ ਉਹਦੇ ਪਿੱਛੇ ਰੋਂਦੇ ਜਾ ਰਹੇ ਸਨ। ਤੂੰ ਕਿਉਂ ਚਲਾ ਗਿਆ ਹੈ? ਤੂੰ ਵਾਪਸ ਆ ਜਾ, ਤੇਰੀ ਲੋੜ ਸੀ ਅੱਜ ਸਮਾਜ ਨੂੰ, ਤੂੰ ਕਿਉਂ ਚਲਾ ਗਿਆ ਹੈ? ਰਾਣੀ ਨੇ ਜਿਹੜੀ ਕੰਮ ਕਰਦੀ ਨੌਕਰਾਣੀ ਨੂੰ ਪੁੱਛਿਆ, ਤੈਨੂੰ ਪਤਾ ਆਪਣੇ ਸ਼ਹਿਰ 'ਚ ਕੋਈ ਬਹੁਤ ਵੱਡਾ ਬੰਦਾ ਮਰ ਗਿਆ? ਹਜ਼ਾਰਾਂ ਲੋਕ ਉਹਦੇ ਪਿੱਛੇ ਰੋਂਦੇ ਜਾ ਰਹੇ ਨੇ, ਉਹਨੂੰ ਕਹਿ ਰਹੇ ਨੇ ਤੂੰ ਵਾਪਸ ਆ ਜਾ, ਤੇਰੀ ਲੋੜ ਸੀ। ਤੈਨੂੰ ਪਤਾ ਕੌਣ ਮਰਿਆ? ਨੌਕਰਾਣੀ ਕਹਿਣ ਲੱਗੀ, ਰਾਣੀ ਸਾਹਿਬਾ ਤੁਹਾਨੂੰ ਨਹੀਂ ਪਤਾ ਕੌਣ ਮਰਿਆ? ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ, ਤੁਹਾਨੂੰ ਨਹੀਂ ਪਤਾ ਲੱਗਿਆ ਕਿ ਕੌਣ ਮਰਿਆ? ਰਾਣੀ ਕਹਿਣ ਲੱਗੀ ਨਹੀਂ। ਨੌਕਰਾਣੀ ਕਹਿਣ ਲੱਗੀ, ਜਿਹੜਾ ਸ਼ਹਿਰ ਦੇ ਵਿਚਕਾਰ ਚੌਂਕ ਸੀ ਨਾ ਵੱਡਾ, ਤੇ ਉਸ ਚੌਂਕ ਦੇ ਵਿੱਚ ਇੱਕ ਭਿਖਾਰੀ ਮੰਗਤਾ ਬਹਿੰਦਾ ਹੁੰਦਾ ਸੀ, ਉਹ ਭਿਖਾਰੀ ਮਰ ਗਿਆ ਤੇ ਤੁਹਾਨੂੰ ਪਤਾ ਸਿੱਧਾ ਸਵਰਗਾਂ 'ਚ ਗਿਆ ਉਹ। ਰਾਣੀ ਹੱਸ ਪਈ, ਕਹਿਣ ਲੱਗੀ ਤੂੰ ਤੇ ਏਦਾਂ ਕਹਿੰਦੀ ਜਿਵੇਂ ਆਪ ਸਵਰਗਾਂ ਛੱਡ ਕੇ ਆਈ ਹੈ, ਔਰ ਮੰਗਤਾ ਮਰਿਆ ਉਹਦੇ ਪਿੱਛੇ ਇੰਨੀ ਭੀੜ। ਕਹਿਣ ਲੱਗੀ ਰਾਣੀ ਸਾਹਿਬਾ ਸੋਚ ਕੇ ਦੇਖੋ, ਉਹ ਜਿਹੜਾ ਮੰਗਤਾ ਸੀ, ਭਿਖਾਰੀ ਸੀ, ਉਹ ਲੋਕਾਂ ਤੋਂ ਮੰਗ ਕੇ ਰੋਟੀ ਖਾਂਦਾ ਸੀ। ਕੱਪੜੇ ਚਾਹੀਦੇ ਸੀ, ਲੋਕਾਂ ਕੋਲੋਂ ਮੰਗ ਕੇ ਕੱਪੜੇ ਪਾਉਂਦਾ ਸੀ। ਜ਼ਿੰਦਗੀ ਦੇ ਸਾਰੀਆਂ ਲੋੜਾਂ ਉਹ ਲੋਕਾਂ ਕੋਲੋਂ ਮੰਗ ਕੇ ਪੂਰੀਆਂ ਕਰਦਾ ਸੀ। ਪਰ ਉਹ ਸਮਾਜ ਨੂੰ ਕਿੰਨਾ ਪ੍ਰੇਮ ਵੰਡ ਕੇ ਗਿਆ ਹੋਏਗਾ, ਅੱਜ ਲੋਕ ਉਹਨੂੰ ਯਾਦ ਕਰ ਰਹੇ ਨੇ। ਕਿੰਨਾ ਪ੍ਰੇਮ ਦੁਨੀਆ 'ਚ ਫੈਲਾ ਕੇ ਗਿਆ ਹੋਏਗਾ, ਕਿੰਨਾ ਪ੍ਰੇਮ ਵਰਤਾ ਕੇ ਗਿਆ ਹੋਏਗਾ, ਅੱਜ ਲੋਕ ਯਾਦ ਕਰਦੇ ਨੇ। ਕੋਈ ਵੀ ਮਨੁੱਖ ਕਰਤਾ ਹੋ ਸਕਦਾ ਹੈ, ਕੋਈ ਵੀ ਮਨੁੱਖ ਹੋ ਸਕਦਾ ਹੈ। ਹੋਰ ਨਹੀਂ ਤੇ ਮਿੱਠੇ ਬੋਲ ਦੇ ਕੇ, ਪ੍ਰੇਮ ਦੇ ਕੇ, ਸੱਚਾਈ ਦੇ ਕੇ, ਇਮਾਨਦਾਰੀ ਦੇ ਕੇ, ਸ਼ੁਭ ਗੁਣਾਂ ਨੂੰ ਫੈਲਾ ਕੇ ਕੋਈ ਵੀ ਕਰਤਾ ਬਣ ਸਕਦਾ ਹੈ। ਉਹਦੇ ਗੁਣਾਂ ਨੂੰ ਯਾਦ ਕਰਕੇ ਲੋਕ ਉਹਨੂੰ ਪੁਰਖ ਦਾ ਰੂਪ ਕਰ ਦਿੰਦੇ ਨੇ। ਰੱਬ ਕਰਤਾ ਪੁਰਖ ਹੈ। ਇਹ ਨਹੀਂ ਕਿ ਸਿਰਫ ਸਮਾਜ ਦੇ ਲਈ ਅਸੀਂ ਕਰਤਾ ਪੁਰਖ ਬਣਨੇ, ਆਪਣੇ ਪਰਿਵਾਰ ਲਈ ਹੀ ਨਹੀਂ, ਆਪਣੇ ਸਮਾਜ ਲਈ ਨਹੀਂ, ਹਵਾ ਦੇ ਲਈ, ਮਿੱਟੀ ਦੇ ਲਈ, ਪਾਣੀ ਦੇ ਲਈ, ਪੇੜ ਪੌਦਿਆਂ ਦੇ ਲਈ, ਪਸ਼ੂਆਂ ਦੇ ਲਈ, ਬਨਸਪਤੀ ਦੇ ਲਈ, ਧਰਤੀ, ਸੂਰਜ, ਚੰਦਰਮਾ, ਆਕਾਸ਼ ਲਈ ਸਾਡੇ ਕੁਝ ਫਰਜ਼ ਨੇ, ਜਿਹੜੇ ਅਸੀਂ ਉਹ ਫਰਜ਼ ਪੂਰੇ ਕਰਦੇ ਹਾਂ ਸਵਾਰਥ ਰਹਿਤ ਹੋ ਕੇ। ਅਸੀਂ ਕਰਤਾ ਹੋ ਜਾਂਦੇ ਹਾਂ। ਰੱਬ ਦੀ ਸਕ੍ਰਿਤ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਦਿੰਦੇ ਹਾਂ।
ਅਸੀਂ ਕੰਟਰੀਬਿਊਸ਼ਨ ਕਰਦੇ ਹਾਂ ਰੱਬ ਦੇ ਸੋਹਣੇ ਘਰ ਦੇ ਵਿੱਚ। ਇਹ ਜਗ ਸੱਚੀ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਰੱਬ ਨੇ ਸੋਹਣਾ ਘਰ ਬਣਾਇਆ ਹੈ। ਰੱਬ ਦੇ ਘਰ ਵਿੱਚ ਜਦੋਂ ਅਸੀਂ ਕੋਈ ਚੀਜ਼ ਸਵਾਰ ਦਿੰਦੇ ਹਾਂ, ਰੱਬ ਦੇ ਘਰ 'ਚ ਸਾਡਾ ਯੋਗਦਾਨ ਪੈ ਜਾਂਦਾ ਹੈ, ਅਸੀਂ ਕਰਤਾ ਦਾ ਹਿੱਸਾ ਹੋ ਜਾਂਦੇ ਹਾਂ। ਇਸੇ ਕਰਕੇ ਕਹਿੰਦੇ ਆ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਜਿਹਦੇ ਕੋਲ ਰੱਬ ਦਾ ਗਿਆਨ ਹੈ ਨਾ, ਉਹ ਦੁਨੀਆ ਦਾ ਕਰਤਾ ਹੋ ਕੇ ਵਿਚਰਦਾ ਹੈ, ਸਮਾਜ ਲਈ ਕੁਝ ਕਰਕੇ ਜਾਂਦਾ ਹੈ ਉਹ। ਤੇ ਲੋਕ ਉਹਨੂੰ ਯਾਦ ਕਰਦੇ ਨੇ, ਉਹ ਮਰਦਾ ਨਹੀਂ ਹੈ, ਫਿਰ ਉਹ ਪੁਰਖ ਹੋ ਜਾਂਦਾ ਹੈ, ਆਪਣੀ ਕਿਰਤ 'ਚ ਸਮਾ ਜਾਂਦਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ, ਉਹ ਮਰਦਾ ਨਹੀਂ ਹੈ, ਫਿਰ ਆਪਣੀ ਕਿਰਤ ਵਿੱਚ ਸਦਾ ਹੀ ਜਿਉਂਦਾ ਹੈ। ਅੱਜ ਗੁਰੂ ਸਾਹਿਬਾਨਾਂ ਨੂੰ ਕੌਣ ਕਹਿ ਸਕਦਾ ਚਲੇ ਗਏ ਨੇ? ਨਹੀਂ ਨਹੀਂ, ਅੱਜ ਵੀ ਨੇ ਆਪਣੀ ਕਿਰਤ ਵਿੱਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਝੋਲੀ ਪਾ ਕੇ ਖਜ਼ਾਨਾ, ਐਡੀ ਵੱਡੀ ਕਿਰਤ ਉਸ ਬਾਣੀ 'ਚ ਸਮਾਏ ਹੋਏ ਨੇ। ਜਿਹੜੀਆਂ ਜਿਹੜੀਆਂ ਚੀਜ਼ਾਂ ਸਮਾਜ ਨੂੰ ਦੇ ਗਏ ਨੇ, ਉਹਨਾਂ 'ਚ ਸਮਾਏ ਹੋਏ ਨੇ। ਕਰਤਾ ਪੁਰਖ, ਰੱਬ ਕਰਤਾ ਹੈ। ਜੀਵ ਤੂੰ ਕੁਝ ਕਰਕੇ ਜਾ ਸਮਾਜ ਦੇ ਲਈ। ਜਿਸ ਦਿਨ ਮੈਂ ਇਮਾਨਦਾਰੀ, ਸੱਚਾਈ, ਦਇਆ, ਸ਼ਾਂਤੀ, ਪ੍ਰੇਮ ਕਿਸੇ ਨੂੰ ਵੰਡਦਾ ਵਾਂ, ਮੈਂ ਕਰਤਾ ਹੋ ਜਾਂਦਾ। ਸਤਨਾਮ, ਪ੍ਰਭੂ ਦਾ ਨਾਮ ਸੱਚ ਹੈ, ਸਦਾ ਸਥਿਰ ਹੈ। ਮੈਨੂੰ ਕੀ ਲਾਭ? ਮੈਨੂੰ ਵੀ ਸੱਚ ਦਾ ਰੂਪ ਹੋਣਾ ਪੈਣਾ ਹੈ। ਜ਼ਿੰਦਗੀ 'ਚ 5 ਚੀਜ਼ਾਂ 'ਚ ਸੱਚ ਆ ਜਾਏਗਾ, ਮੈਂ ਸੱਚ ਦਾ ਰੂਪ ਹੋ ਜਾਏਗਾ। ਜਿਹਦੇ ਬੋਲਣ ਵਿੱਚ ਸੱਚ ਹੈ, ਜਿਹਦੇ ਦੇਖਣ ਵਿੱਚ ਸੱਚ ਹੈ, ਜਿਹਦੇ ਸੁਣਨ ਵਿੱਚ ਸੱਚ ਹੈ, ਜਿਹਦੇ ਕਰਮਾਂ ਵਿੱਚ ਸੱਚ ਹੈ, ਤੇ ਜਿਹਦੀ ਯਾਦ ਵਿੱਚ ਸੱਚ ਹੈ, ਉਹ ਸੱਚ ਦਾ ਰੂਪ ਹੋ ਜਾਂਦਾ ਹੈ। ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪਿਖਣਾ, ਸਰਵਣੀ ਸੁਣਨਾ ਗੁਣ ਨਾਉ, ਸਤਿਗੁਰ ਸਿੱਤੀ ਰਤਿਆਂ, ਦਰਗਾਹ ਪਈਏ ਠਾਉ। ਸਤਿਗੁਰ 'ਚ ਰਤਿਆ ਜਾਂਦਾ ਹੈ, ਸੱਚ 'ਚ ਸਮਾ ਜਾਂਦਾ ਹੈ। ਗੁਣ ਜੰਝ ਲਾੜੇ ਨਾਲ ਸੋਹਿ, ਪਰਖ ਮੋਹਣੀਆਂ ਲਿਆ। ਗੁਣਾਂ ਦੀ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਸੱਚ ਲਾੜੇ ਤੋਂ ਬਿਨਾਂ ਕੋਈ ਬਰਾਤ ਕਿਸੇ ਅਰਥ ਨਹੀਂ ਰੱਖਦੀ। ਜੇ ਅੰਦਰ ਝੂਠ ਹੈ, ਮੇਰੀ ਪੜ੍ਹੀ ਬਾਣੀ, ਮੇਰੀ ਕੀਤੀ ਸੇਵਾ ਦਿਖਾਵਾ ਬਣ ਜਾਂਦੀ ਹੈ। ਪਰ ਜਦੋਂ ਅੰਦਰ ਸੱਚ ਹੁੰਦਾ ਹੈ, ਮੈਂ 4 ਬਾਣੀਆਂ ਘੱਟ ਵੀ ਪੜ੍ਹ ਲੈਣਾ ਵਾ, 4 ਭਾਂਡੇ ਲੰਗਰ 'ਚ ਘੱਟ ਵੀ ਸਾਫ਼ ਕਰ ਲੈਣਾ, ਪਰ ਅੰਦਰ ਸੱਚ ਰੱਖਦਾ ਤੇ ਮੇਰੇ ਉਹ ਥੋੜੇ ਬਰਾਤੀ ਵੀ ਨਾਲ ਚੱਲ ਪੈਂਦੇ ਨੇ। ਲਾੜਾ ਹੋਵੇ, ਬਰਾਤੀ ਥੋੜੇ ਵੀ ਚੱਲ ਜਾਂਦੇ ਨੇ। ਅੰਦਰ ਸੱਚਾਈ ਹੋਵੇ, ਬਾਹਰਲੇ ਕਰਮ ਧਰਮ ਥੋੜੇ ਵੀ ਚੱਲ ਜਾਂਦੇ ਨੇ। ਕਿਉਂ? ਕਿਉਂਕਿ ਸੱਚੋਂ ਉਰੇ ਸਭ ਕੋ, ਉੱਪਰ ਸੱਚ ਅਚਾਰ, ਸੱਚ ਸਭ ਤੋਂ ਉੱਪਰ ਹੈ। ਇੱਕ ਓਂਕਾਰ, ਪ੍ਰਭੂ ਇੱਕ ਹੈ ਔਰ ਸਾਰਿਆਂ 'ਚ ਵਿਆਪਕ ਹੈ। ਔਰ ਇਹ ਗੱਲ ਅਸੀਂ ਦੁਨੀਆ ਨੂੰ ਦੱਸ ਨਹੀਂ ਸਕੇ। ਜਿਸ ਦਿਨ ਇਸ ਗੱਲ ਦਾ ਸਮਾਜ ਨੂੰ ਪਤਾ ਚੱਲ ਜਾਏਗਾ, ਰੱਬ ਇੱਕ ਸਾਰਿਆਂ ਵਿੱਚ ਹੈ, ਤੇ ਰੱਬ ਦੇ ਸੰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਸੰਸਾਰ ਦਾ ਰੂਪ ਹੈ ਉਹ, ਜੋ ਦਿਸਿਆ ਸੋ ਤੇਰਾ ਰੂਪ, ਤੇ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ। ਜੇਤਾ ਰੂਪ ਕਾਇਆ ਤੇਰੀ, ਸਾਰਾ ਸੰਸਾਰ ਤੇਰਾ ਰੂਪ ਹੈ, ਤੇਰੇ ਟੁਕੜੇ ਕਿਵੇਂ ਹੋਣਗੇ? ਜਿਸ ਦਿਨ ਇੱਕ ਓਂਕਾਰ ਦੀ ਮਨੁੱਖਤਾ ਨੂੰ ਸਮਝ ਲੱਗ ਜਾਏਗੀ, ਧਰਤੀ ਤੋਂ ਦੇਸ਼ਾਂ ਦੀਆਂ ਹੱਦਾਂ ਮੁੱਕ ਜਾਣਗੀਆਂ। ਇਹ ਹੱਦਾਂ ਰੱਬ ਨੇ ਵੀ ਧਰਤੀ ਤੇ ਖਿੱਚੀਆਂ ਲਾਈਨਾਂ, ਇਹ ਅਸੀਂ ਕਾਗਜ਼ਾਂ ਦੇ ਉੱਪਰ ਲਾਈਨਾਂ ਖਿੱਚੀਆਂ ਨੇ, ਮੈਪ ਦੇ ਵਿੱਚ, ਨਕਸ਼ਿਆਂ ਦੇ ਵਿੱਚ। ਸਮਾਜ ਨੂੰ ਅਸੀਂ, ਸੰਸਾਰ ਨੂੰ ਵੰਡਿਆ ਰੱਬ ਦੇ। ਇੱਕ ਓਂਕਾਰ ਦੀ ਸਮਝ ਆ ਜਾਏਗੀ, ਸਾਰੀ ਧਰਤੀ ਇੱਕ ਦੇਸ਼ ਹੋ ਜਾਏਗੀ, ਸਾਰੇ ਸੰਸਾਰ ਦੀ ਇੱਕ ਸਾਂਝੀ ਰਾਜਧਾਨੀ ਹੋਏਗੀ, ਸਾਰੇ ਸੰਸਾਰ ਦੀ ਸਾਂਝੀ ਸਰਕਾਰ ਹੋਏਗੀ, ਪਾਸਪੋਰਟ ਸਿਸਟਮ ਖਤਮ ਹੋ ਜਾਏਗਾ, ਕਰੰਸੀ ਇੱਕ ਹੋ ਜਾਏਗੀ। ਤੇ ਜੇ ਦੂਜਾ ਵਿਰੋਧੀ ਦੇਸ਼ ਬਚੇਗਾ ਹੀ ਨਹੀਂ, ਤੇ ਦੂਜੇ ਦੇਸ਼ ਤੇ ਹਮਲਾ ਕਰਨ ਵਾਸਤੇ ਜਿਹੜਾ 70% ਧਨ ਮਾਰੂ ਹਥਿਆਰਾਂ ਤੇ, ਰਾਕਟ ਲਾਂਚਰ ਆਦਿ ਤੇ ਖਰਚਿਆ ਜਾਂਦਾ ਹੈ, ਟੈਂਕਾਂ, ਤੋਪਾਂ, ਬੰਬਾਂ ਤੇ ਖਰਚਿਆ ਜਾਂਦਾ ਹੈ, ਉਹ 70% ਧਨ ਬਚ ਜਾਏਗਾ, ਜਿਹੜਾ ਸਮਾਜ ਦੇ ਵਿਕਾਸ ਲਈ ਖਰਚਿਆ ਜਾਏਗਾ। ਜਿਹੜੇ ਲੋਕ ਆਪਣੀਆਂ ਨੌਜਵਾਨ ਨੂੰਹਾਂ ਧੀਆਂ ਨੂੰ ਲੈ ਕੇ ਪੁਲਾਂ ਥੱਲੇ ਰਹਿ ਰਹੇ ਨੇ, ਸੜਕ ਤੇ ਫੁੱਟਪਾਥ ਤੇ ਕਿਨਾਰੇ ਬੈਠੇ ਨੇ, ਉਹਨਾਂ ਨੂੰ ਰਹਿਣ ਲਈ ਘਰ ਮਿਲ ਜਾਣਗੇ। ਜਿਨ੍ਹਾਂ ਕੋਲ ਭੋਜਨ ਨਹੀਂ, ਕੱਪੜਾ ਨਹੀਂ, ਮਕਾਨ ਨਹੀਂ, ਉਹਨਾਂ ਦੀ ਲੋੜਾਂ ਪੂਰੀਆਂ ਹੋਣਗੀਆਂ। ਬੱਚਿਆਂ ਨੂੰ ਸਕੂਲ, ਕਾਲਜ, ਯੂਨੀਵਰਸਿਟੀ ਮਿਲ ਜਾਣਗੇ। ਬੇਰੁਜ਼ਗਾਰਾਂ ਨੂੰ ਮਿਲਣਾ, ਫੈਕਟਰੀਆਂ ਮਿਲ ਜਾਣਗੀਆਂ। ਬਿਮਾਰਾਂ ਨੂੰ ਡਿਸਪੈਂਸਰੀ, ਹਸਪੀਟਲ ਮਿਲ ਜਾਣਗੇ। ਇਸ ਧਰਤੀ ਤੇ ਨਵੀਂ ਮਨੁੱਖਤਾ ਦੀ ਉਸਾਰੀ ਹੋਏਗੀ। ਚਾਰੋਂ ਤਰਫ ਖੁਸ਼ੀ, ਆਨੰਦ ਛਾ ਜਾਏਗਾ, ਜਦੋਂ ਅਸੀਂ ਇੱਕ ਓਂਕਾਰ ਦਾ ਸਿਧਾਂਤ ਦੁਨੀਆ ਨੂੰ ਦੇਵਾਂਗੇ। ਮੈਂ ਤੁਹਾਡੇ 'ਚ ਰੱਬ ਦੇਖਾਂਗਾ, ਤੁਸੀਂ ਮੇਰੇ 'ਚ ਰੱਬ ਦੇਖੋਗੇ, ਮੈਂ ਸਾਰਿਆਂ 'ਚ ਰੱਬ ਦੇਖਾਂਗਾ, ਮੇਰਾ ਸਾਰਿਆਂ ਨਾਲ ਵਿਹਾਰ ਬਦਲ ਜਾਏਗਾ। ਕੋਈ ਮੇਰਾ ਦੁਸ਼ਮਣ ਨਹੀਂ ਰਹੇਗਾ, ਕੋਈ ਟਕਸਾਲੀ ਨਹੀਂ ਰਹੇਗਾ, ਕੋਈ ਮਿਸ਼ਨੀ ਨਹੀਂ ਰਹੇਗਾ, ਕੋਈ ਸੰਤ ਸਮਾਜੀ ਨਹੀਂ ਰਹੇਗਾ, ਕੋਈ ਖੰਡ ਕੀਰਤਨੀ ਨਹੀਂ ਰਹੇਗਾ। ਸਾਰੇ ਰੱਬ ਹੋ ਜਾਣਗੇ। ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਈਸਾਈ, ਇਹਨਾਂ ਧਰਮਾਂ ਦੇ ਝਗੜੇ ਬਖੇੜੇ ਮੁੱਕ ਜਾਣਗੇ। ਜੇ ਰੱਬ ਇੱਕ ਹੈ ਤੇ ਧਰਮ ਵੀ ਇੱਕ ਹੋਏਗਾ। ਏਕੋ ਧਰਮ ਦ੍ਰਿੜ੍ਹੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਸੱਚ ਦੇ ਆਧਾਰ ਤੇ ਜਦੋਂ ਫਰਜ਼ਾਂ ਨੂੰ ਪੂਰਾ ਕਰਾਂਗੇ, ਉਹ ਇੱਕ ਧਰਮ ਬਣ ਜਾਏਗਾ ਕੁੱਲ ਮਨੁੱਖਤਾ ਦਾ। ਸਾਰਿਆਂ 'ਚੋਂ ਰੱਬ ਦੇਖਾਂਗਾ। ਜੇ ਪਤੀ ਆਪਣੀ ਪਤਨੀ 'ਚੋਂ ਰੱਬ ਦੇਖਣ ਲੱਗ ਜਾਏ, ਪਤਨੀ ਨੂੰ ਬਾਹਰ ਛੱਡ ਕੇ ਦੌੜੇਗਾ ਨਹੀਂ, ਪਤਨੀ 'ਚੋਂ ਰੱਬ ਦੇਖੇਗਾ। ਪਤਨੀ ਪਤੀ 'ਚ ਰੱਬ ਦੇਖਣ ਲੱਗ ਜਾਏ, ਉਹ ਆਪਣੇ ਪਤੀ ਨੂੰ ਛੱਡ ਕੇ ਬਾਹਰ ਨਹੀਂ ਭਟਕੇਗੀ, ਪਤੀ 'ਚੋਂ ਰੱਬ ਦੇਖ ਕੇ ਉਹਦੀ ਸੇਵਾ ਕਰੇਗੀ। ਮਾਪੇ ਆਪਣੇ ਬੱਚਿਆਂ 'ਚ ਰੱਬ ਦੇਖਣ ਲੱਗ ਜਾਣ, ਉਹਨਾਂ ਨੂੰ ਝੂਠ ਬੋਲਣਾ ਨਹੀਂ ਸਿਖਾਉਣਗੇ, ਗਾਲਾਂ ਕੱਢਣੀਆਂ ਨਹੀਂ ਸਿਖਾਉਣਗੇ, ਸਹੀ ਪਾਲਣਾ ਕਰਨਗੇ। ਬੱਚੇ ਮਾਪੇ 'ਚ ਰੱਬ ਦੇਖਣਾ ਸ਼ੁਰੂ ਕਰ ਦੇਣ, ਤੇ ਬੁਢਾਪੇ 'ਚ ਮਾਪੇ ਨੂੰ ਠੋਕਰਾਂ ਖਾਣ ਤੇ ਛੱਡ ਕੇ ਨਹੀਂ ਜਾਣਗੇ।
ਉਹਨਾਂ ਚ ਰੱਬ ਦੇਖ ਕੇ ਉਹਨਾਂ ਦੀ ਸੇਵਾ ਕਰਨਗੇ। ਸੱਸ ਨੂੰਹ ਦੇ ਵਿੱਚੋਂ ਰੱਬ ਦੇਖਣਾ ਸ਼ੁਰੂ ਕਰ ਦੇ, ਉਹ ਨੂੰਹ ਦੇ ਸਿਰ ਤੇ ਤੇਲ ਪਾ ਕੇ ਉਹਨੂੰ ਜਿੰਦਾ ਨਹੀਂ ਸਾੜੇਗੀ, ਰੱਬ ਸਮਝ ਕੇ ਉਹਦੀ ਧੀ ਸਮਝ ਕੇ ਸੇਵਾ ਕਰੇਗੀ। ਸੱਸ ਇਸੇ ਤਰ੍ਹਾਂ ਨੂੰਹ ਸੱਸ ਚੋਂ ਰੱਬ ਦੇਖਣ ਲੱਗ ਜਾਏ, ਉਹ ਸੱਸ ਦੀ ਗੁੱਤ ਫੜ ਕੇ ਘਰੋਂ ਬਾਹਰ ਨਹੀਂ ਕੱਢੇਗੀ, ਉਹਦੇ ਵਿੱਚੋਂ ਰੱਬ ਦੇਖ ਕੇ ਮਾਂ ਦੀ ਤਰ੍ਹਾਂ ਉਹਦੀ ਸੇਵਾ ਕਰੇਗੀ। ਮਾਲਕ ਨੌਕਰ ਚੋਂ ਰੱਬ ਦੇਖਣ ਲੱਗ ਜਾਏ, ਨੌਕਰ ਨੂੰ ਪੂਰੀ ਤਨਖਾਹ ਦੇਣੀ ਪਏਗੀ, ਉਹਦੇ ਹੱਕ ਦੇਣੇ ਪੈਣਗੇ। ਨੌਕਰ ਮਾਲਕ ਚ ਰੱਬ ਦੇਖਣਾ ਸ਼ੁਰੂ ਕਰ ਦੇ, ਉਹਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਪਏਗਾ। ਗੱਲ ਕੀ, ਸਾਰਿਆਂ ਚੋਂ ਇੱਕ ਰੱਬ ਦੇਖਣ ਦਾ ਸਿਧਾਂਤ ਪੂਰੇ ਜਗਤ ਨੂੰ ਸੁਖੀ ਤੇ ਆਨੰਦਿਤ ਕਰ ਦੇਗਾ। ਜੇਕਰ ਪੂਰੀ ਦੁਨੀਆ ਤੇ ਇੱਕ ਓਂਕਾਰ ਦਾ ਸਿਧਾਂਤ ਲਾਗੂ ਹੋ ਜਾਏ, ਸਾਰੀ ਧਰਤੀ ਸਵਰਗ ਹੋ ਜਾਏਗੀ, ਆਨੰਦਿਤ ਹੋ ਜਾਏਗੀ, ਸਾਰੇ ਹੀ ਰੱਬ ਹੀ ਨਜ਼ਰ ਆਣਗੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਰੱਬ ਤੋਂ ਬਿਨਾਂ ਕੌਣ ਹੈ? ਉਹੀ ਤੇ ਹਰ ਥਾਂ ਤੇ ਹੈ, ਹਰ ਇੱਕ ਚ ਉਹੀ ਸਮਾਇਆ ਹੋਇਆ ਹੈ। ਇੱਕ ਓਂਕਾਰ ਦਾ ਸਿਧਾਂਤ ਦੁਨੀਆ ਤੇ ਫੈਲ ਜਾਏਗਾ। ਫਿਰ ਬਣੇਗਾ ਬੇਗਮਪੁਰਾ ਸ਼ਹਿਰ ਕੋ ਨਾਓ, ਫਿਰ ਬਣੇਗਾ ਹੁਣ ਹੁਕਮ ਹੋਵਾ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਨੇ ਜਾਣਦਾ, ਸਭ ਸੁਖਾਲੀ ਬੁੱਠੀਆਂ ਇਹ ਹੋਵਾ ਹਲੇਮੀ ਰਾਜ ਜੀਓ। ਸਤਿਗੁਰ ਕਿਰਪਾ ਕਰਨ, ਅਸੀਂ ਸਿਰਫ ਪੜ੍ਹੀਏ ਨਾ, ਅਮਲ ਕਰ ਲਈਏ। ਗੁਰ ਪ੍ਰਸਾਦ ਸਾਨੂੰ ਇੱਕ ਓਂਕਾਰ ਤੱਕ ਪਹੁੰਚਾ ਸਕਦਾ ਹੈ। ਜੇ ਮੰਗਲਾਚਰਨ ਦੇ ਇਹਨਾਂ 8 ਗੁਣਾਂ ਨੂੰ ਅਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਚ ਲਿਆਈਏ, ਅਸੀਂ ਹੀ ਰੱਬ ਵਰਗੇ ਹੋ ਜਾਵਾਂਗੇ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।